ਜੈ ਮਸੀਹ ਇੱਕ ਵਾਰੀ ਫੇਰ ਸਾਰਿਆਂ ਨੂੰ ਸਿਸਟਰ ਜੀ ਬਚਨ ਪੜ੍ਹਨਗੇ ਯੋਹੰਨਾ ਦੀ ਕਿਤਾਬ ਉਹਦਾ 20ਵਾਂ ਅਧਿਆਇ। ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਕੀ ਦੇਖਦੀ ਹੈ ਕਿ ਕਬਰ ਦੇ ਮੂੰਹ ਉੱਤੋਂ ਪੱਥਰ ਹਟਿਆ ਹੋਇਆ ਹੈ। ਇਸ ਲਈ ਉਹ ਦੌੜਦੀ ਹੋਈ ਸ਼ਮੌਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯੀਸ਼ੂ ਪਿਆਰ ਕਰਦਾ ਸੀ ਅਤੇ ਉਹਨਾਂ ਨੂੰ ਦੱਸਿਆ, ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ, ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਇਆ ਅਤੇ ਕਬਰ ਦੇ ਵੱਲ ਗਏ। ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ, ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ। ਉਸਨੇ ਕਬਰ ਦੇ ਮੂੰਹ ਉੱਤੇ ਝੁਕ ਕੇ ਅੰਦਰ ਕਫਨ ਪਿਆ ਹੋਇਆ ਦੇਖਿਆ, ਪਰ ਅੰਦਰ ਨਾ ਗਿਆ। ਉਸਦੇ ਪਿੱਛੋਂ ਹੀ ਸ਼ਮੌਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ। ਉਸਨੇ ਕਫਨ ਉੱਥੇ ਪਿਆ ਦੇਖਿਆ ਅਤੇ ਉਸ ਪਰਨੇ ਨੂੰ ਵੀ ਜਿਹੜਾ ਯੀਸ਼ੂ ਦੇ ਸਿਰ ਉੱਤੇ ਬੰਨਿਆ ਹੋਇਆ ਸੀ, ਪਰ ਉਹ ਕਫਨ ਦੇ ਨਾਲ ਨਹੀਂ ਸੀ। ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ। ਫਿਰ ਉਸ ਵੇਲੇ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ, ਦੇਖਿਆ ਅਤੇ ਵਿਸ਼ਵਾਸ ਕੀਤਾ, ਕਿਉਂਕਿ ਉਹ ਉਸੇ ਸਮੇਂ ਤੱਕ ਵੀ ਧਰਮ ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯੀਸ਼ੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। ਫਿਰ ਉਹ ਦੋਵੇਂ ਚੇਲੇ ਘਰ ਵਾਪਸ ਚਲੇ ਗਏ, ਪਰ ਮਰੀਅਮ ਉੱਥੇ ਖਲੋਤੀ ਰੋਂਦੀ ਰਹੀ। ਰੋਂਦਿਆਂ ਹੀ ਉਸਨੇ ਕਬਰ ਦੇ ਵਿੱਚ ਝਾਤੀ ਮਾਰੀ ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯੀਸ਼ੂ ਦੀ ਲਾਸ਼ ਸੀ ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਤੇ ਦੂਜੇ ਨੂੰ ਪੈਰਾਂ ਵੱਲ। ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸਨੇ ਯੀਸ਼ੂ ਨੂੰ ਖਲੋਤੇ ਦੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯੀਸ਼ੂ ਹਨ। ਯੀਸ਼ੂ ਨੇ ਉਸ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਤੂੰ ਕਿਸ ਨੂੰ ਲੱਭ ਰਹੀ ਹੈ? ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, ਸ਼੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਮੈਂ ਉਹਨਾਂ ਨੂੰ ਲੈ ਜਾਵਾਂਗੀ। ਯੀਸ਼ੂ ਨੇ ਉਸ ਨੂੰ ਕਿਹਾ, ਮਰੀਅਮ। ਇਹ ਸੁਣ ਕੇ ਉਹ ਮੁੜੀ ਅਤੇ ਇੱਕਦਮ ਇਬਰਾਨੀ ਵਿੱਚ ਬੋਲੀ, ਰਬੂਨੀ, ਜਿਸ ਦਾ ਅਰਥ ਹੈ ਹੇ ਗੁਰੂ। ਯੀਸ਼ੂ ਨੇ ਉਸ ਨੂੰ ਕਿਹਾ, ਮੈਨੂੰ ਅਜੇ ਨਾ ਰੋਕ, ਮੈਂ ਅਜੇ ਉਤਾਂ ਪਿਤਾ ਕੋਲ ਨਹੀਂ ਗਿਆ, ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸਦੇ ਕੋਲ ਉਤਾਂ ਜਾ ਰਿਹਾ ਹਾਂ। ਜੋ ਮੇਰਾ ਪਿਤਾ ਅਤੇ ਤੁਹਾਡਾ ਪਿਤਾ, ਮੇਰਾ ਪਰਮੇਸ਼ਵਰ ਅਤੇ ਤੁਹਾਡਾ ਪਰਮੇਸ਼ਵਰ ਹੈ। ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, ਮੈਂ ਪ੍ਰਭੂ ਨੂੰ ਦੇਖਿਆ ਹੈ, ਅਤੇ ਨਾਲੇ ਉਹਨਾਂ ਨੂੰ ਪ੍ਰਭੂ ਦਾ ਸੰਦੇਸ਼ ਵੀ ਦਿੱਤਾ। ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯੀਸ਼ੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। ਇਹ ਕਹਿ ਕੇ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਇਸ ਲਈ ਯੀਸ਼ੂ ਨੇ ਫਿਰ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਵੀ ਤੁਹਾਨੂੰ ਘੱਲਦਾ ਹਾਂ। ਇਹ ਕਹਿ ਚੁੱਕਣ ਪਿੱਛੋਂ ਯੀਸ਼ੂ ਨੇ ਉਹਨਾਂ ਉੱਤੇ ਸਵਾਸ ਫੂਕਿਆ ਅਤੇ ਆਖਿਆ, ਪਵਿੱਤਰ ਆਤਮਾ ਲਵੋ। ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਮਾਫ ਹੋ ਜਾਣਗੇ, ਅਤੇ ਜੇ ਤੁਸੀਂ ਮਾਫ ਨਾ ਕਰੋਗੇ ਤਾਂ ਉਹ ਮਾਫ ਨਹੀਂ ਕੀਤੇ ਜਾਣਗੇ। ਆਮੀਨ, ਹਾਲੇਲੂਇਆ। ਪਰਮੇਸ਼ਰ ਆਪਣੇ ਬੱਚਨ ਨੂੰ ਬਰਕਤ ਦਿਓ। ਆਮੀਨ, ਹਾਲੇਲੂਇਆ। ਜਿਹੜਾ ਇਹ ਵਚਨ ਪੜਿਆ ਗਿਆ ਯੋਹੰਨਾ ਦੀ ਕਿਤਾਬ 20ਵੇਂ ਦਾ 1 ਤੋਂ ਲੈ ਕੇ 23 ਤੱਕ ਪੜਿਆ ਵਾ, ਤੁਸੀਂ ਸਾਰੇ ਸੋਚੋਗੇ ਕਿ ਇਹ ਵਚਨ ਤਾਂ ਉਦੋਂ ਦਾ ਵਾਸਤੇ ਸੰਬੰਧਿਤ ਹੈਗਾ, ਉਸ ਟਾਈਮ ਨਾਲ ਸੰਬੰਧਿਤ ਆ ਜਦੋਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਸੀ। ਬਿਲਕੁਲ ਤੁਸੀਂ ਠੀਕ ਕਿਹਾ ਆ। ਤੇ ਪਰ ਇੱਕ ਗੱਲ ਹੋਰ ਵੀ ਨਾ ਭੁੱਲੀਏ ਕਿ ਪਰਮੇਸ਼ਰ ਦਾ ਵਚਨ ਆ ਜਿਹੜਾ ਉਹ ਹਰ ਦਿਸ਼ਾਵਾਂ ਨੂੰ ਬੋਲਦਾ।
परमेश्वर का वचन हर पासिਆਂ ਨੂੰ बोलता है, ਉਹ ਇੱਕੋ ਹੀ ਗੱਲ ਦੇ ਉੱਤੇ ਨਹੀਂ ਖੜਾ ਰਹਿੰਦਾ, ਪਰ ਪਰਮੇਸ਼ਰ ਦਾ ਵਚਨ ਸਾਨੂੰ ਹਰ ਪਾਸੇ ਇਸ ਗੱਲ ਦੇ ਵਾਸਤੇ ਲੈ ਕੇ ਜਾਂਦਾ ਆ, ਕਦੇ ਕਿੱਧਰ ਲੈ ਜਾਂਦਾ ਕਦੇ ਕਿੱਧਰ। ਹਾਂ, ਇਹ ਵਚਨ ਜ਼ਰੂਰ ਹੈਗਾ ਉਸ ਸਮੇਂ ਦੇ ਵਾਸਤੇ, ਪਰ ਅੱਜ ਦੇਖਾਂਗੇ ਪਰਮੇਸ਼ਰ ਆਪਾਂ ਨੂੰ ਇਸ ਦੇ ਵਿੱਚੋਂ ਕੀ ਬਰਕਤ ਦਿੰਦਾ। ਹਾਲੇਲੂਇਆ। ਮੈਂ ਦੁਆ ਕਰਦੀ ਹਾਂ ਕਿ ਜਿਸ ਤਰੀਕੇ ਨਾਲ ਪਰਮੇਸ਼ਰ ਨੇ ਮੇਰੇ ਤੇ ਇਸ ਵਚਨ ਦਾ ਪ੍ਰਕਾਸ਼ ਪਾਇਆ, ਤੁਹਾਨੂੰ ਵੀ ਆਪਣੇ ਪ੍ਰਕਾਸ਼ ਦੇ ਨਾਲ ਇਹ ਅੱਜ ਮਾਮੂਰ ਕਰੇ। ਇਹ ਵਚਨ ਮੈਨੂੰ ਜਿਸ ਦਿਨ ਪਾਸਟਰ POAC ਵਾਲੇ ਇੱਥੇ ਪ੍ਰਚਾਰ ਕਰਨ ਵਾਸਤੇ ਆਏ ਹੋਏ ਸੀ, ਉਦੋਂ ਪਰਮੇਸ਼ਰ ਨੇ ਮੈਨੂੰ ਇਹ ਵਚਨ ਦਿੱਤਾ ਸੀ। ਗਾਂ ਦੀ ਗਾਂ ਫਿਰ ਉਹ ਵਚਨ ਖੁੱਲਦਾ ਗਿਆ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ। ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜੀ 17ਵੀਂ ਆਇਤ ਆ ਉਹਦੇ ਵਿੱਚ ਲਿਖਿਆ ਹੋਇਆ, ਕਹਿੰਦਾ ਕਿ ਯਿਸੂ ਨੇ ਉਸ ਨੂੰ ਕਿਹਾ, ਮੈਨੂੰ ਅਜੇ ਨਾ ਰੋਕ, ਮੈਂ ਅਜੇ ਉਤਾਂ ਪਿਤਾ ਦੇ ਕੋਲ ਨਹੀਂ ਗਿਆ, ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸ ਦੇ ਕੋਲ ਜਾ ਰਿਹਾ ਹਾਂ, ਜੋ ਮੇਰਾ ਪਿਤਾ ਹੈ ਤੁਹਾਡਾ ਪਿਤਾ ਹੈ, ਜੋ ਮੇਰਾ ਪਰਮੇਸ਼ਰ ਹੈ ਤੁਹਾਡਾ ਪਰਮੇਸ਼ਰ ਹੈ। ਪਰ ਜੇ ਦੇਖਿਆ ਜਾਵੇ ਇਹਦੇ ਵਿੱਚੋਂ ਕਿਹੜੀ ਗੱਲ ਆਪਣੇ ਵੱਲ ਨੂੰ ਆਉਂਦੀ ਆ, ਇਹਦੇ ਵਿੱਚੋਂ ਇੱਕ ਗੱਲ ਆਪਣੇ ਵੱਲ ਨੂੰ ਆਉਂਦੀ ਹੈ, ਸਿਰਫ ਇੱਕ ਗੱਲ ਜਿਹਨੂੰ ਅੱਜ ਆਪਾਂ ਲਵਾਂਗੇ, ਉਹ ਇਹ ਕਿ ਮਰੀਅਮ ਨੂੰ ਕਿਹਾ, ਆਪਣੇ ਉਹਨੂੰ ਕਿਹਾ, ਮਰੀਅਮ ਨੂੰ ਜਦੋਂ ਮੈਸੇਜ ਦਿੱਤਾ ਪ੍ਰਭੂ ਯਿਸੂ ਮਸੀਹ ਨੇ, ਉਹਨੇ ਅਸਲ ਵਿੱਚ ਇਹ ਦਰਸਾਉਣਾ ਚਾਹੁੰਦੇ ਸੀਗੇ, ਉਹਦਾ ਪਤਾ ਹੀ ਹੈ ਵੀ ਜਦੋਂ ਪਿਤਾ ਦੇ ਕੋਲੇ ਜਾਣਾ ਆ ਜਾਂ ਪਿਤਾ ਤੁਹਾਡਾ ਪਰਮੇਸ਼ਰ ਆ, ਮੇਰਾ ਪਰਮੇਸ਼ਰ ਆ, ਸਾਰਾ ਕੁਝ। ਪਰ ਦੇਖਣ ਵਾਲੀ ਗੱਲ ਇਹ ਆ, ਮੈਸੇਜ ਅਸਲ ਵਿੱਚ ਜਿਹੜਾ ਸੀਗਾ, ਮੈਸੇਜ ਅਸਲ ਵਿੱਚ ਸੀਗਾ ਕਿ ਉਹ ਉਹਨਾਂ ਨੇ ਇਹ ਦਰਸਾਉਣਾ ਚਾਹੁੰਦੇ ਸੀ ਵੀ ਉਹਨਾਂ ਨੂੰ ਜਾ ਕੇ ਦੱਸ ਕੇ ਮੈਂ ਜਿਉਂਦਾ ਹੋ ਉੱਠਿਆ ਵਾਂ। ਆਮੀਨ, ਹਾਲੇਲੂਇਆ। ਇਹ ਸੀ ਮੈਸੇਜ ਅਸਲ ਦੇ ਵਿੱਚ ਉਸਦੇ, ਜਿਉਂਦਾ ਹੋ ਕੇ ਤੁਹਾਨੂੰ ਚੱਲਿਆ। ਅਸਲ ਵਿੱਚ ਇਹੀ ਕਿਹਾ ਸੀ ਵੀ ਤੂੰ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਦੱਸ ਕਿ ਮੈਂ ਜਿਉਂਦਾ ਹੋ ਉੱਠਿਆ ਵਾਂ। ਇਹ ਗੱਲ ਜਦੋਂ ਚੇਲਿਆਂ ਦੇ ਦਿਮਾਗ ਦੇ ਵਿੱਚ ਨਹੀਂ ਸੀ ਪਈ, ਇਹ ਗੱਲ ਚੇਲਿਆਂ ਦੇ ਦਿਮਾਗ 'ਚ ਬਿਲਕੁਲ ਨਹੀਂ ਸੀ ਪਈ ਕਿ ਪ੍ਰਭੂ ਯਿਸੂ ਮਸੀਹ ਜਿਉਂਦੇ ਹੋ ਉੱਠਿਆ, ਤਾਂ ਕਿ ਭਾਵਾਂ ਉਹਨਾਂ ਨੇ ਪਹਿਲਾਂ ਜਦੋਂ ਹਲੇ ਪਰਮੇਸ਼ਰ ਪ੍ਰਭੂ ਯਿਸੂ ਉਹਨਾਂ ਦੇ ਨਾਲ ਫਿਰਦੇ ਹੁੰਦੇ ਸੀ, ਉਦੋਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਮੈਂ ਦੁੱਖ ਉਠਾਊਂਗਾ, ਮਾਰਿਆ ਜਾਊਂਗਾ, ਗਾੜਿਆ ਜਾਊਂਗਾ ਔਰ ਮੈਂ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੂੰਗਾ। ਪਰ ਜਿਹੜਾ ਇਹ ਮੈਸੇਜ ਸੀਗਾ, ਇਹ ਦੇਣ ਵਾਸਤੇ, ਅਸਲ ਵਿੱਚ ਇਹ ਸੁਨੇਹਾ ਦੇਣ ਵਾਸਤੇ ਕਿ ਤੂੰ ਜਾ ਕੇ ਉਹਨਾਂ ਨੂੰ ਦੱਸ ਕਿ ਮੈਂ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਇਸ ਗੱਲ ਦੀ ਉਹਨਾਂ ਚੇਲਿਆਂ ਨੂੰ ਸਮਝ ਨਹੀਂ ਸੀ ਲੱਗੀ, ਨਾ ਮਰੀਅਮ ਨੂੰ ਲੱਗੀ ਵੀ ਵਿੱਚੋਂ ਪਰਮੇਸ਼ਰ ਪ੍ਰਭੂ ਯਿਸੂ ਮੈਨੂੰ ਕੀ ਕਹਿਣਾ ਚਾਹੁੰਦੇ ਆ, ਮੈਂ ਕੀ ਜਾ ਕੇ ਦੱਸਣਾ ਚਾਹੁੰਦੇ ਆ। ਉਹਨਾਂ ਨੇ ਇਹ ਸੰਦੇਸ਼ ਦੇਖਿਆ। ਦੇਖਣ ਵਾਲੀ ਗੱਲ ਇਹ ਹੈ ਕਿ ਮਗਦਲੀਨੀ, ਜਿਹੜੀ ਮਰੀਅਮ ਮਗਦਲੀਨੀ ਨੇ ਚੇਲਿਆਂ ਨੂੰ ਆਣ ਕੇ ਦੱਸਿਆ ਕਿ ਮੈਂ ਪ੍ਰਭੂ ਜੀ ਨੂੰ ਦੇਖਿਆ ਵਾ, ਆਣ ਕੇ ਇਹਨਾਂ ਦੱਸ ਦਿੱਤਾ ਮੈਂ ਪ੍ਰਭੂ ਨੂੰ ਦੇਖਿਆ। ਉਹ ਕਹਿੰਦੇ ਕਿ ਹੈ ਦੇਖਿਆ, ਉਹਨਾਂ ਨੇ ਦੇਖਿਆ ਸਮਝ ਗਈ, ਬਾਕੀ ਸਾਰੀ ਵਾਰਤਾਲਾਪ ਆ ਜਿਹੜੀ ਤੁਰ ਪੈਂਦੀ ਹੈ ਨਾਲ। ਕਹਿੰਦੇ ਕਿ ਉਹਨੇ ਇਹ ਕਿਹਾ ਵੀ ਮੈਂ ਪ੍ਰਭੂ ਯਿਸੂ ਨੂੰ ਦੇਖਿਆ ਤੇ ਨਾਲ ਉਹਨਾਂ ਨੂੰ ਸੰਦੇਸ਼ ਵੀ ਦਿੱਤਾ। ਕਹਿੰਦੇ ਕਿ ਮੈਂ, ਪਰ ਜਿਹੜਾ ਸੰਦੇਸ਼ ਇਹੀ ਸੀ ਕਿ ਉਹ ਜਿਉਂਦਾ ਉੱਠਿਆ, ਵਿੱਚੋਂ ਸੰਦੇਸ਼ ਇਹੀ ਦੇਣਾ ਸੀ ਵੀ ਪ੍ਰਭੂ ਜਿਉਂਦਾ ਹੋ ਉੱਠਿਆ, ਬਾਕੀ ਤਾਂ ਸਾਰਾ ਕੁਝ ਉਹਦੇ ਨਾਲ ਹੀ ਜੁੜਦਾ ਸੀਗਾ, ਠੀਕ ਹੈ ਨਹੀਂ। ਕਹਿੰਦੇ ਕਿ ਜਦੋਂ, ਪਰ ਇਹ ਗੱਲ ਆ ਜਿਹੜੀ ਪ੍ਰਭੂ ਨੇ ਮਰੀਅਮ ਨੂੰ ਕਹੀ, ਇਹ ਮਾਰਨਿੰਗ 'ਚ ਕਹੀ ਸੀ। ਮਾਰਨਿੰਗ ਦੇ ਵਿੱਚ ਜਦੋਂ ਜਿਹੜੀ ਮਰੀਅਮ ਮਗਦਲੀਨੀ ਸੀਗੀ ਉਹ ਕਬਰ ਦੇ ਉੱਤੇ ਆਈ, ਉਦੋਂ ਪਰਮੇਸ਼ਰ ਪ੍ਰਭੂ ਯਿਸੂ ਨੇ ਇਹ ਗੱਲ ਉਹਨੂੰ ਕਹੀ ਸੀ। ਹੁਣ ਜਦੋਂ ਉਹ ਆਉਂਦੀ ਆ ਤਾਂ ਕੀ ਹੁੰਦੀ ਆ, ਆਉਂਦੀ ਤੁਸੀਂ ਇਹ ਦੇਖੋ ਵੀ ਜਦੋਂ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਵਿੱਚ ਪ੍ਰਗਟ ਹੋ ਉੱਠੇ, ਉਦੋਂ ਤੱਕ ਸ਼ਾਮ ਪੈ ਚੁੱਕੀ ਸੀ। ਇਹਦਾ ਮਤਲਬ ਕੀ ਆ ਕਿ ਉਹਨੇ ਮਰੀਅਮ ਮਗਦਲੀਨੀ ਨੇ ਆਣ ਕੇ ਦੱਸਿਆ ਯਿਸੂ ਜਿੰਦਾ ਹੋ ਉੱਠਿਆ, ਪਰ ਇਹਦਾ ਮਤਲਬ ਉਹਨਾਂ ਨੇ ਯਕੀਨ ਹੀ ਨਹੀਂ ਕੀਤਾ। ਉਹਨਾਂ ਨੇ ਯਕੀਨ ਹੀ ਨਹੀਂ ਕੀਤਾ। ਕਿੱਥੋਂ ਪਤਾ ਲੱਗਦਾ ਕਿ ਯਕੀਨ ਨਹੀਂ ਕੀਤਾ? ਕਿ ਦਰਵਾਜ਼ੇ ਬੰਦ ਕਰਕੇ ਅੰਦਰ ਬੈਠੇ ਸੀ, ਡਰਦੇ ਮਾਰੇ ਅੰਦਰ ਬੈਠੇ ਸੀ। ਤੇ ਕਾਹਤੋਂ ਬੈਠੇ ਸੀ? ਇਸੇ ਕਰਕੇ ਕਿਉਂਕਿ ਯਕੀਨ ਨਹੀਂ ਕੀਤਾ। ਜੇ ਯਕੀਨ ਕੀਤਾ ਹੁੰਦਾ ਤਾਂ ਹੁਣ ਨੂੰ ਉਹ ਛਾਲਾ ਮਾਰਦੇ ਫਿਰਦੇ। ਸੋ ਇਸ ਕਰਕੇ ਪ੍ਰਭੂ ਯਿਸੂ ਮਸੀਹ ਆ ਜਿਹੜੇ, ਉਹ ਦਿਲਾਂ ਗੁਰਦਿਆਂ ਦੇ ਜਾਣਨ ਵਾਲੇ ਪਰਮੇਸ਼ਰ ਆ। ਉਹਨਾਂ ਨੇ ਸਮਝ ਲਿਆ ਵੀ ਮਰੀਅਮ ਨੇ ਦੱਸਿਆ ਜ਼ਰੂਰ ਆ ਜਾਂ ਕਿਸ ਤਰੀਕੇ ਨਾਲ ਦੱਸਿਆ, ਪਰ ਚੇਲਿਆਂ ਨੇ ਵਿਸ਼ਵਾਸ ਨਹੀਂ ਕੀਤਾ। ਪਰ ਪ੍ਰਭੂ ਯਿਸੂ ਮਸੀਹ ਆ ਜਿਹੜੇ, ਉਹ ਦਿਲਾਂ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਰ ਆ। ਯਹੋਨਾ ਦੇ ਵਿੱਚ ਲਿਖਿਆ, ਕਹਿੰਦਾ ਕਿ ਉਹਨਾਂ ਨੂੰ ਕਿਸੇ ਮਨੁੱਖ ਦੀ ਗਵਾਹੀ ਦੀ ਲੋੜ ਨਹੀਂ ਵੀ ਉਹਨੂੰ ਕੋਈ ਜਾ ਕੇ ਦੱਸੇ ਵੀ ਫਲਾਣਾ ਮਨੁੱਖ ਤੇਰੇ ਵਾਸਤੇ ਆਹ ਗੱਲ ਸੋਚਦਾ ਹੈਗਾ ਆ। ਤੇ ਹੁਣ ਇਹ ਗੱਲ ਹੈਗੀ ਸੀ ਜਦੋਂ ਉਹਨੇ ਸੁਨੇਹਾ ਦੇ ਕੇ ਭੇਜਿਆ ਐਤਵਾਰ ਸਵੇਰ ਦੀ, ਪਰ ਤਰਕਾਲਾਂ ਦਾ ਵੇਲਾ ਜਦੋਂ ਹੋਇਆ, ਜਦੋਂ ਪ੍ਰਭੂ ਯਿਸੂ ਨੇ ਇਹ ਆਪਣੇ ਰੂਹ ਦੇ ਵਿੱਚ ਜਾਣ ਲਿਆ ਵੀ ਉਹਨਾਂ ਨੇ ਯਕੀਨ ਨਹੀਂ ਕੀਤਾ, ਤੇ ਪ੍ਰਭੂ ਯਿਸੂ ਉਹਨਾਂ ਦੇ ਵਿਚਕਾਰ ਆਣ ਕੇ ਖੜੇ ਹੋ ਗਏ, ਪ੍ਰਗਟ ਹੋ ਗਏ। ਕੀ ਦਿਖਾਉਣ ਲਈ? ਉਹੀ ਦਿਖਾਉਣ ਲਈ ਜਿਹੜਾ ਸੁਨੇਹਾ ਮਰੀਅਮ ਨੂੰ ਦਿੱਤਾ ਸੀ। ਕੀ ਦਿੱਤਾ ਸੀ?
ਕਿ ਪ੍ਰਭੂ ਕਹਿੰਦੇ ਕਿ ਮੈਂ ਜਿਉਂਦਾ ਹੋ ਉੱਠਿਆ। ਇਹ ਸ਼ੋਅ ਕਰਨ ਹੁਣ ਇੰਨਾ ਟਾਈਮ ਨਹੀਂ ਸੀ ਪ੍ਰਭੂ ਦੇ ਕੋਲੇ ਵੀ ਉਹਨਾਂ ਨਾਲ ਉਹ ਵਾਰਤਾਲਾਪ ਕਰਦੇ ਵੀ ਦੇਖਿਆ ਮੈਂ ਮਰੀਅਮ ਨੂੰ ਕਿਹਾ ਸੀ, ਤੁਸੀਂ ਮੰਨਿਆ ਨਹੀਂ ਗਾ ਇਸ ਗੱਲ ਨੂੰ, ਪਰ ਉਹ ਆਪਣਾ ਆਪ ਦਿਖਾਉਣ ਵਾਸਤੇ ਕਿ ਮੈਂ ਜਿਉਂਦਾ ਹੋ ਉੱਠਿਆ। ਉਹਨਾਂ ਨੇ ਜਿਹੜਾ ਸੁਨੇਹਾ ਸੀ ਉਹ ਇੱਕ ਤਰ੍ਹਾਂ ਦਾ ਚਿੰਨ੍ਹ ਚਮਤਕਾਰ ਕਰਕੇ ਪਰਮੇਸ਼ਰ ਨੇ ਦਿਖਾਇਆ, ਕਿਉਂਕਿ ਪ੍ਰਭੂ ਯਿਸੂ ਨੂੰ ਪਤਾ ਸੀ ਕਿ ਇਹ ਉਹਨਾਂ ਦੀ ਪੀੜ੍ਹੀਆਂ ਤੋਂ ਚੱਲੇ ਆਉਂਦੇ ਆ, ਬਈ ਇਹ ਚਿੰਨ੍ਹ ਚਮਤਕਾਰਾਂ ਦੇ ਪਿੱਛੇ ਹੀ ਲੱਗੇ ਹੋਏ ਆ। ਮੇਰੀ ਗੱਲ ਦੇ ਪਿੱਛੇ ਨਹੀਂ ਲੱਗੇ ਹੋਏ, ਚਿੰਨ੍ਹ ਚਮਤਕਾਰਾਂ ਦੇ ਪਿੱਛੇ ਹੀ ਲੱਗੇ ਹੋਏ ਆ ਵੀ ਜਿੰਨਾ ਚਿਰ ਇਹਨਾਂ ਨੂੰ ਚਿੰਨ੍ਹ ਚਮਤਕਾਰ ਨਾ ਦਿਖਾਓ ਉਹਨਾਂ ਚਿਰ ਇਹ ਲੋਕ ਆ ਜਿਹੜੇ ਇਹ ਯਕੀਨ ਨਹੀਂ ਕਰਦੇ। ਹੁਣ ਪ੍ਰਭੂ ਯਿਸੂ ਮਸੀਹ ਜਦੋਂ ਉਹਨਾਂ ਦੇ ਵਿੱਚ ਆ ਖੜੇ ਹੋਏ ਤਾਂ ਉਹ ਸਾਰੇ ਡਰੇ ਹੋਏ ਸੀ, ਤੇ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਇਹੀ ਗੱਲ ਬੋਲੀ, ਕਹਿੰਦੇ ਬੋਲੀ ਕੀ ਬੋਲ ਦਿੱਤਾ, ਸਾਨੂੰ ਦਿਖਾ ਦਿੱਤਾ ਜਿਹੜਾ ਉੱਥੇ ਆਏ। ਇਹਦਾ ਮਤਲਬ ਇਹ ਸੀ ਵੀ ਭਾਈ ਤੁਸੀਂ ਡਰਦੇ ਕਾਹਤੋਂ, ਡਰੋ ਮਤ, ਤੇ ਬੂਹੇ ਬੰਦ ਆ ਜਿਹੜੇ ਤੁਸੀਂ ਬੰਧਨਾਂ ਦੇ ਵਿੱਚ ਵੱਜੇ ਹੋਏ ਹੋ, ਇਹਨਾਂ ਬੂਹਿਆਂ ਦੇ ਵਿੱਚੋਂ ਬੰਧਨਾਂ ਦੇ ਵਿੱਚੋਂ ਬਾਹਰ ਨਿਕਲੋ, ਕਿਉਂਕਿ ਮੈਂ ਜਿਉਂਦਾ ਆ। ਪਰਮੇਸ਼ਰ ਨੇ ਆਪਣਾ ਆਪ ਜਿਉਂਦਾ ਸਾਬਤ ਕਰਨ ਦੇ ਵਾਸਤੇ ਪਰਮੇਸ਼ਰ ਪ੍ਰਭੂ ਉਸ ਥਾਂ ਦੇ ਉੱਤੇ ਆ ਗਏ। ਕਹਿੰਦੇ ਬੰਦ ਨਾ ਹੋਵੋ, ਕਿਉਂਕਿ ਜਿਹੜਾ ਇਕਰਾਰ ਤੁਹਾਨੂੰ ਦਿੱਤਾ ਹੋਇਆ, ਜਿਹੜਾ ਇਕਰਾਰ ਤੁਹਾਨੂੰ ਇਹ ਕਿਹਾ ਹੋਇਆ ਵੀ ਐਕਟਸ ਦੀ ਕਿਤਾਬ ਦੇ ਵਿੱਚ, ਚੇਲਿਆਂ ਦੀ ਕਿਤਾਬ ਦੇ ਵਿੱਚ, ਵੀ ਯਰੂਸ਼ਲਮ ਦੇ ਵਿੱਚ ਜਾਓ, ਯਹੂਦੀਆ ਦੇ ਵਿੱਚ ਜਾਓ, ਸਾਮਰੀਆ ਦੇ ਵਿੱਚ ਜਾਓ, ਇਹ ਪਰਮੇਸ਼ਰ ਦਾ ਕੰਮ ਆ, ਉਹਨਾਂ ਨੇ ਦਿੱਤਾ ਆ। ਕਹਿੰਦੇ ਕਿ ਤੁਸੀਂ ਬੰਦ ਬੂਹੇ ਕਰਕੇ ਅੰਦਰ ਘਰਾਂ ਦੇ ਵਿੱਚ ਕਮਰਿਆਂ 'ਚ ਬੰਦ ਨਾ ਬੈਠੋ, ਬਲਕਿ ਮੇਰੇ ਕੰਮਾਂ ਦੇ ਲਈ ਤੁਸੀਂ ਬਾਹਰ ਨਿਕਲੋ। ਹਾਲੇਲੂਇਆ। ਹੁਣ ਬਥੇਰੇ ਹੋਣਗੇ, ਬਥੇਰੀਆਂ ਗੱਲਾਂ, ਬਥੇਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਰੋਕਣਗੀਆਂ ਇਸ ਗੱਲ ਨੂੰ ਜਾਣਨ ਵਾਸਤੇ ਕਿ ਪਰਮੇਸ਼ਰ ਪ੍ਰਭੂ ਜਿਉਂਦੇ ਪਰਮੇਸ਼ਰ ਆ। ਠੀਕ ਹੈ ਨਹੀਂ? ਬੇਸ਼ੱਕ ਜਿਵੇਂ ਹੁਣ ਇੱਥੇ ਆਪਣੇ ਪੜਿਆ ਹੈਗਾ ਵੀ ਭਾਵੇਂ ਉਹ ਕਬਰ ਤੋਂ ਜਿਹੜਾ ਪੱਥਰ ਸੀ ਉਹ ਵੀ ਲਾਂਭੇ ਕਰ ਦਿੱਤਾ ਗਿਆ, ਪਰ ਫਿਰ ਵੀ ਉਹਨਾਂ ਨੂੰ ਇਹ ਯਕੀਨ ਨਹੀਂ ਆਇਆ ਬਈ ਪ੍ਰਭੂ ਯਿਸੂ ਮਸੀਹ ਆ ਜਿਹੜੇ ਉਹ ਜਿਉਂਦੇ ਹੋ ਉੱਠੇ। ਹੁਣ ਪ੍ਰਭੂ ਯਿਸੂ ਮਸੀਹ ਜਦੋਂ ਉਹਨਾਂ ਨੂੰ ਉੱਥੇ ਪਹੁੰਚਦੇ ਨੇ ਤਾਂ ਉਹ ਆਣ ਕੇ ਕਹਿੰਦੇ ਆ ਕਿ ਉਹਨਾਂ ਤੋਂ ਨਾ ਡਰੋ, ਹਨਾ। ਉਹਨਾਂ ਨੇ ਕਿਹਾ ਨਹੀਂ, ਪਰ ਜਦੋਂ ਉਹਨਾਂ ਨੇ ਡਰ ਕੇ ਤਾਂ ਉਹਨਾਂ ਨੂੰ ਇਹੀ ਮੈਸੇਜ ਬਣਦਾ ਸੀ ਉਹਨਾਂ ਦਾ ਕਿ ਉਹਨਾਂ ਤੋਂ ਨਾ ਡਰੋ ਜਿਹੜੇ ਸਿਰਫ ਦੇਹੀ ਨੂੰ ਮਾਰ ਸਕਦੇ ਆ, ਪਰ ਉਹਨਾਂ ਤੋਂ ਡਰੋ ਜਿਹੜਾ ਦੇਹੀ ਨੂੰ ਤੇ ਰੂਹ ਨੂੰ ਮਾਰ ਕੇ ਤੁਹਾਨੂੰ ਨਰਕ 'ਚ ਸਿੱਟਣ ਦੀ ਵੀ ਤਾਕਤ ਰੱਖਦਾ ਵਾ। ਇਹ ਸੁਨੇਹਾ ਪਰਮੇਸ਼ਰ ਪ੍ਰਭੂ ਯਿਸੂ ਨੇ ਦਿੱਤਾ ਵੀ ਤੁਸੀਂ ਡਰੋ ਨਾ ਕਿਸੇ ਤੋਂ, ਹਨਾ। ਇਹਦੇ ਵਾਸਤੇ ਆਪਾਂ ਦੋ ਜਿਹੜੇ ਮਹਾਰਾਜੇ, ਸ਼ਕਤੀਸ਼ਾਲੀ, ਸੂਰਮੇ, ਉਹ ਵੀ ਪਰਮੇਸ਼ਰ ਤੋਂ, ਉਸ ਤੋਂ ਡਰਦੇ ਨੇ ਜਿਹੜਾ ਰੂਹ ਤੇ ਨਰਕ ਦੇ ਵਿੱਚ ਸਿੱਟ ਕੇ ਨਾਸ਼ ਕਰਨ ਦੇ ਯੋਗ ਆ, ਉਹ ਤੋਂ ਡਰਦੇ। ਇਹਦੇ ਵਾਸਤੇ ਦੋ ਉਦਾਹਰਨਾਂ ਦੇਖਦੇ ਆ ਆਪਾਂ। ਪਹਿਲਾ ਇਤਿਹਾਸ ਆ, ਉਹਦੀ 21ਵਾਂ ਅਧਿਆਇ ਆ ਜਿਹੜਾ ਉਹ ਤੁਸੀਂ ਘਰ ਜਾ ਕੇ ਪੜ੍ਹਿਓ ਸਾਰਾ, ਪਰ ਮੈਂ ਤੁਹਾਨੂੰ ਉਹਦੇ ਵਿੱਚੋਂ ਮੋਟੀਆਂ ਗੱਲਾਂ ਹੁਣ ਦੱਸ ਦਿੰਦੀ ਹਾਂ ਕਿਉਂਕਿ ਆਪਣੇ ਕੋਲੇ ਇੰਨਾ ਟਾਈਮ ਨਹੀਂਗਾ ਵੀ ਮੈਂ ਦੱਸਾਂ। ਉਹਦੇ ਵਿੱਚ ਕੀ ਹੁੰਦਾ, ਜਿਹੜਾ ਦਾਊਦ ਹੁੰਦਾ, ਚੈਪਟਰ 21, ਜਿਹੜਾ ਦਾਊਦ ਹੁੰਦਾ ਆ ਉਹ ਅਮੋਨੀਆ ਦੇ ਨਾਲ ਲੜਦਾ ਆ। ਅਮੋਨੀ ਪੀਪਲ ਜਿਹੜੇ ਸੀਗੇ ਉਹਨਾਂ ਦੇ ਨਾਲ ਲੜਦਾ ਉਹਨੇ ਇੰਨੀ ਲੜਾਈ ਮਤਲਬ ਲੜੇ ਤੇ ਉੱਥੇ ਦੈਂਤ ਤੱਕ 4 ਉਹਨਾਂ ਨੇ ਉੱਥੇ ਉਸ ਦੇ ਵਿੱਚ ਲਿਖਿਆ ਹੋਇਆ 20ਵੇਂ ਅਧਿਆਇ 'ਚ 4 ਦੈਂਤ ਵੀ ਮਾਰ ਦਿੱਤੇ, ਜਾਣੀ ਕਿ ਕਿੰਨੀ ਲੜਾਈ ਹੋਈ। ਤੇ ਦਾਊਦ ਜਿਹੜਾ ਸੀਗਾ ਉਹ ਜਿੱਤ ਗਿਆ ਲੜਾਈ। ਜਿੱਤਣ ਤੋਂ ਬਾਅਦ ਕੀ ਹੋਇਆ, ਦਾਊਦ ਨੂੰ ਨਾ ਇੱਕ ਤਰ੍ਹਾਂ ਦਾ ਘਮੰਡ ਆ ਗਿਆ, ਉਹਨੂੰ ਆਪਣੀ ਸ਼ਕਤੀ ਤੇ ਮਾਣ ਹੋ ਗਿਆ, ਵੀ ਦੇਖਿਆ ਮੇਰੇ ਕਰਕੇ ਇਹ ਸਾਰਾ ਕੁਝ ਹੋਇਆ। ਉਹਨੇ ਕੀ ਕੀਤਾ, ਇੱਕਦਮ ਜਦੋਂ ਉਹ ਆਪਣੇ ਰਾਜ ਦੇ ਵਿੱਚ ਵਾਪਸ ਆਇਆ ਤੇ ਉਹਨੇ ਆਪਣਾ ਜਿਹੜਾ ਯੋਆਬ ਨਾਂ ਦਾ ਉਹਦਾ ਸੈਨਾਪਤੀ ਸੀ, ਉਹਨੂੰ ਯੋਆਬ ਨੂੰ ਕਿਹਾ, ਕਹਿੰਦਾ ਕਿ ਇਜ਼ਰਾਈਲ ਦੀ ਜਨਗਣਨਾ ਕਰਵਾ, ਇਜ਼ਰਾਈਲ ਦੀ ਗਿਣਤੀ ਕਰਵਾ। ਕਾਹਦੀ ਗਿਣਤੀ ਕਰਵਾ? ਉਹਨਾਂ ਸੂਰਮਿਆਂ ਦੀ ਗਿਣਤੀ ਕਰਵਾ ਜਿਹੜੇ ਕਿੰਨੇ ਲੋਕ ਨੇ ਮੇਰੇ ਕੋਲੇ ਬਹਾਦਰ, ਕਿੰਨੇ ਲੋਕ ਨੇ ਮੇਰੇ ਕੋਲੇ ਤੀਰ ਚਲਾਉਣ ਵਾਲੇ, ਕਿੰਨੇ ਲੋਕ ਨੇ ਮੇਰੇ ਕੋਲ ਹਰੇਕ ਕੈਟਾਗਰੀ ਦੇ। ਉਹਨੇ ਕਿਹਾ ਇਸ ਗੱਲ ਦੀ ਗਿਣਤੀ ਕਰਵਾ। ਪਰ ਯੋਆਬ ਜਿਹੜਾ ਸੀਗਾ ਉਹਨੇ ਕਿਹਾ, ਉਹ ਕਹਿੰਦਾ ਕਿ ਮਹਾਰਾਜ ਤੁਹਾਡਾ ਰਾਜ ਕਹਿੰਦਾ ਕਿ ਹੋਰ ਵੀ ਵਧੇ, ਕਹਿੰਦਾ ਤੁਸੀਂ ਕਾਹਨੂੰ ਗਿਣਤੀ ਕਰਾਉਨੇ ਹੋ ਇਹ। ਤੇ ਪਰ ਉਹ ਦਾਊਦ ਜਿਹੜਾ ਸੀਗਾ ਉਹ ਮੰਨਿਆ ਨਹੀਂ। ਦਾਊਦ ਨੇ ਗਿਣਤੀ ਕਰਵਾਈ, ਮਰਦਮਸ਼ੁਮਾਰੀ ਕਰਵਾ ਲਈ। ਨਾਲ ਦੀ ਨਾਲ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ ਨਬੀ ਸੀ ਉਹ ਗਾਦ ਨਾਂ ਦਾ ਸੀ, ਗਾਦ ਸੀ ਉਹਦਾ ਨਾਂ। ਤੇ ਗਾਦ ਨੂੰ ਨਾ ਪਰਮੇਸ਼ਰ ਨੇ ਕਿਹਾ ਵੀ ਜਾ ਦਾਊਦ ਦੇ ਕੋਲੇ। ਦਾਊਦ ਨੇ ਬਹੁਤ ਭਿਅੰਕਰ ਵੱਡਾ ਪਾਪ ਕਰ ਲਿਆ ਕਿਉਂਕਿ ਪ੍ਰਭੂ ਨੂੰ ਇਹ ਕੰਮ ਪਸੰਦ ਨਹੀਂ ਸੀ ਬਈ ਇਹਨੇ ਆਪਦੀ ਸ਼ਕਤੀ ਦੇ ਉੱਤੇ ਮਾਣ ਕੀਤਾ, ਨਾ ਕਿ ਮੇਰੇ ਤੇ। ਤੇ ਗਾਦ ਨੇ ਜਾ ਕੇ ਉਹਨੇ ਕਿਹਾ, ਕਹਿੰਦਾ ਦਾਊਦ ਤੂੰ ਬਹੁਤ ਵੱਡਾ ਪਾਪ ਕਰ ਲਿਆ, ਹਨਾ, ਹੁਣ ਪਰਮੇਸ਼ਰ ਇਸ ਪਾਪ ਦੀ ਤੈਨੂੰ ਸਜ਼ਾ ਦੇਊਗਾ।
ਉਹ ਕਹਿੰਦਾ ਕਿ ਦਾਊਦ ਜਿਹੜਾ ਸੀਗਾ ਉਹ ਇਸ ਗੱਲ ਤੋਂ ਪਛਤਾਇਆ ਵੀ ਮੈਂ ਕਾਹਨੂੰ ਕਰਨਾ ਸੀ। ਤੇ ਫਿਰ ਕੀ ਹੋਇਆ, ਉਹਨੇ ਗਾਦ ਨੂੰ ਨਾ ਪ੍ਰਭੂ ਯਿਸੂ ਮਸੀਹ ਨੇ 3 ਕੰਡੀਸ਼ਨਾਂ ਦਿੱਤੀਆਂ ਵੀ ਤੇਰੇ ਤੇ 3 ਚੀਜ਼ਾਂ ਆ ਸਕਦੀਆਂ ਨੇ, 3 ਸਜ਼ਾਵਾਂ ਤੈਨੂੰ ਆ ਸਕਦੀਆਂ ਨੇ, ਪਰ ਉਹਨਾਂ ਦੇ ਵਿੱਚੋਂ ਤੂੰ ਇੱਕ ਨੂੰ ਚੁਣ ਲਾ। ਪਹਿਲੀ ਸੀਗੀ ਬਈ 3 ਸਾਲ ਤੱਕ ਸਾਰੇ ਇਜ਼ਰਾਈਲ ਦੇ ਵਿੱਚ ਕਾਲ ਰਹੂਗਾ। ਨੰਬਰ 2 ਸੀ ਵੀ 3 ਮਹੀਨਿਆਂ ਤੱਕ ਬੈਰੀ ਤੇਰਾ ਪਿੱਛਾ ਕਰਨਗੇ। ਨੰਬਰ 3 ਸੀ ਕਿ 3 ਦਿਨਾਂ ਤੱਕ ਸਾਰੇ ਇਜ਼ਰਾਈਲ ਦੇ ਵਿੱਚ ਮਹਾਮਾਰੀ ਫੈਲ ਜੂਗੀ। ਪਰ ਦਾਊਦ ਨੇ ਹੁਣ ਕੁਛ ਤਾਂ ਚੁਣਨਾ ਹੀ ਸੀ, ਤੇ ਦਾਊਦ ਨੇ ਜਿਹੜੀ 3 ਦਿਨਾਂ ਵਾਲੀ ਸੀ ਉਹ ਚੁਣ ਲਈ। 3 ਦਿਨਾਂ ਵਾਲੀ ਚੁਣ ਲਈ ਤੇ ਉੱਥੇ 70,000 ਵਚਨ 'ਚ ਲਿਖਿਆ 70,000 ਇਜ਼ਰਾਈਲੀ ਜਿਹੜੇ ਸੀਗੇ ਮਾਰੇ ਗਏ। ਦਾਊਦ ਨੇ ਪ੍ਰਭੂ ਯਿਸੂ ਨੂੰ ਪ੍ਰਭੂ ਪਰਮੇਸ਼ਰ ਨੂੰ ਕਿਹਾ, ਕਹਿੰਦੇ ਕਿ ਵੀ ਪ੍ਰਭੂ ਕਹਿੰਦਾ ਕਿ ਪਾਪ ਤਾਂ ਮੈਂ ਕੀਤਾ ਸੀ, ਇਹ ਵਿਚਾਰੇ ਬਦੋਸ਼ੇ ਜਿਹੜੇ ਸੀਗੇ ਇਹਨਾਂ ਦਾ ਕੀ ਕਸੂਰ ਵੀ ਤੂੰ ਇਹਨਾਂ ਨੂੰ ਮਾਰ ਦਿੱਤਾ 70। ਪਰਮੇਸ਼ਰ ਜਿਹੜੇ ਸੀਗੇ ਉਹ ਵੀ ਇਸ ਸਜ਼ਾ ਤੋਂ ਪਛਤਾਏ। ਹੁਣ ਗੱਲ ਕਹਿਣ ਵਾਲੀ ਇਹ ਹੈ ਜਿਹੜੀ ਦੱਸਣੀ ਮੈਂ ਚਾਹੁੰਦੀ ਹਾਂ, ਜਦੋਂ ਗਾਦ ਜਿਹੜਾ ਸੀਗਾ ਉਹ ਕਹਿੰਦਾ ਕਿ ਤੂੰ ਆਪਣੀ ਫਟਾਫਟ ਜਿਹੜੀ ਬਲੀ ਆ ਉਹ ਚੜਾ ਦੇ ਤਾਂ ਕਿ ਮਰੀ ਰੁਕ ਜਾਵੇ। ਜਦੋਂ ਬਲੀ ਚੜਾਉਣ ਦੀ ਗੱਲ ਹੋਈ ਸੀ ਉਦੋਂ ਜਿਹੜਾ ਪਰਮੇਸ਼ਰ ਦਾ ਦੂਤ ਸੀ ਜਿਹੜਾ ਕਤਲੇਆਮ ਕਰ ਰਿਹਾ ਸੀ ਉਹ ਯਬੂਸੀ ਆਰਨਾਨ ਦੇ ਖੇਤ ਦੇ ਵਿੱਚ ਖੜਾ ਸੀ। ਇੱਥੇ ਖੜਾ ਸੀ, ਫਰਜ਼ ਕੀਤਾ ਇਸ ਥਾਂ ਦੇ ਉੱਤੇ ਖੜਾ ਸੀ। ਇੱਥੇ ਹੀ ਖੜ ਕੇ ਉਹਨੇ ਗਾਦ ਨਬੀ ਨੇ ਕਹਿੰਦਾ ਇੱਥੇ ਹੀ ਬੇਦੀ ਬਣਾ ਦੇ, ਤੂੰ ਇੱਥੇ ਹੀ ਬੇਦੀ ਬਣਾ ਦੇ। ਹੁਣ ਉਹਨੇ ਇੱਥੇ ਬੇਦੀ ਤਾਂ ਕਹਿ ਦਿੱਤਾ ਬਣਾ, ਪਰ ਜਿਹੜੀ ਅਸਲੀ ਬੇਦੀ ਸੀ ਜਿਹੜੀ ਮੂਸਾ ਵੇਲੇ ਦੀ ਪਵਿੱਤਰ ਸਥਾਨ ਦੀ ਗਬਿਓਨ ਦੇ ਵਿੱਚ ਬਣੀ ਹੋਈ ਸੀ, ਸਾਰੀਆਂ ਬਲੀਆਂ ਜਿਹੜੀਆਂ ਸੀ ਉੱਥੇ ਹੀ ਚੜ੍ਹਦੀਆਂ ਸੀ। ਇਹ ਐਕਸਟਰਾ ਬੇਦੀ ਉਹਨੂੰ ਕਿਹਾ ਬਣਾਉਣ ਵਾਸਤੇ ਇੱਥੇ। ਉਹਦੇ 2 ਕਾਰਨ ਸੀ। ਇੱਕ ਤਾਂ ਇਹ ਕਿ ਜੇ ਦਾਊਦ ਭੱਜ ਕੇ ਜਾਂਦਾ ਉੱਥੇ ਗਬਿਓਨ, ਜਿਹੜਾ ਗਬਿਓਨ ਆ ਉਹ ਯਰੂਸ਼ਲਮ ਤੋਂ ਤਕਰੀਬਨ 4-5 ਘੰਟੇ ਦਾ ਰਸਤਾ, ਜਦ ਨੂੰ ਉੱਥੇ ਜਾਣਾ ਜਦ ਨੂੰ ਦੂਤ ਨੇ ਤਾਂ ਹੋਰ ਕਤਲੇਆਮ ਮਚਾ ਦੇਣਾ। ਇੱਕ ਤਾਂ ਇਹ ਗੱਲ। ਤੇ ਦੂਸਰੀ ਗੱਲ ਇਹ ਸੀਗੀ ਬਈ ਜਿਹੜਾ ਦੂਤ ਸੀ ਉਹ ਗਾਦ ਨਬੀ ਵੀ ਪਰਮੇਸ਼ਰ ਵੱਲੋਂ ਭੇਜਿਆ ਹੋਇਆ ਸੀ, ਉਹਨੇ ਕਿਹਾ ਸੀ ਵੀ ਤੂੰ ਇਸ ਥਾਂ ਦੇ ਉੱਤੇ ਬਣਾ, ਫਿਰ ਵੀ ਉਹ ਝੂਠਾ ਪੈਂਦਾ ਸੀ। ਇਸ ਕਰਕੇ ਦਾਊਦ ਨੇ ਕੀ ਕੀਤਾ, ਫਟਾਫਟ ਉਸ ਥਾਂ ਦੇ ਉੱਤੇ ਬੇਦੀ ਬਣਾਈ ਤੇ ਬੇਦੀ ਬਣਾ ਕੇ ਉਹ ਬਚਨ ਦੇ ਵਿੱਚ ਮੈਂ ਕਹਿਣਾ ਕੀ ਚਾਹੁੰਦੀ ਆ, ਇਹ 21ਵੇਂ ਅਧਿਆਇ ਦੀ 30ਵੀਂ ਆਇਤ ਦੇ ਵਿੱਚ ਲਿਖਿਆ ਹੋਇਆ, ਕਹਿੰਦਾ ਕਿ ਦਾਊਦ ਉੱਥੇ ਜਾਣ ਤੋਂ ਡਰਦਾ ਸੀ। ਕਿੱਥੇ? ਮੂਸਾ ਵਾਲੇ ਥਾਂ ਤੋਂ, ਕਿਉਂਕਿ ਇੰਨਾ ਚਿਰ ਉਹ ਦੂਤ ਤੋਂ ਵੀ ਡਰਦਾ, ਨਬੀ ਵੀ ਪਰਮੇਸ਼ਰ ਦਾ ਭੇਜਿਆ ਹੋਇਆ ਹਨਾ। ਕਹਿੰਦਾ ਕਿ ਵੀ ਜੇ ਮੈਂ ਉੱਥੇ ਚਲਿਆ ਗਿਆ ਤਾਂ ਹੋਰ ਵੀ ਨੁਕਸਾਨ ਹੋ ਜਾਊਗਾ। ਤੋ ਇਸ ਕਰਕੇ ਭਾਵ ਮੇਰਾ ਕਹਿਣ ਤੋਂ ਆ, ਰੂਹ ਤੋਂ ਜਿਹੜਾ ਤੁਹਾਡੇ ਸਰੀਰ ਨੂੰ ਮਾਰ ਸਕਦੇ ਆ ਉਹਨਾਂ ਤੋਂ ਨਾ ਡਰੋ, ਜਿਹੜਾ ਰੂਹ ਤੇ ਸਰੀਰ ਨੂੰ ਮਾਰ ਕੇ ਨਰਕ ਦੇ ਵਿੱਚ ਸੱਟ ਸਕਦਾ ਉਸ ਤੋਂ ਡਰੀਏ। ਦਾਊਦ ਵਰਗੇ ਸੂਰਮੇ ਵੀ ਉਸ ਤੋਂ ਡਰਦੇ ਸੀ। ਦੂਸਰੀ ਇੱਕ ਐਗਜ਼ਾਮਪਲ ਹੈਗੀ ਆ ਵੀ ਸੈਕੰਡ ਜਿਹੜਾ ਦੂਸਰਾ ਇਤਿਹਾਸ ਆ ਉਹਦੇ ਵਿੱਚ ਜਦ ਨੂੰ ਉਹਦੇ ਪੁੱਤਰ ਦਾ ਰਾਜ ਆ ਜਾਂਦਾ, ਸੁਲੇਮਾਨ ਦਾ। ਜਿਹੜਾ ਸੁਲੇਮਾਨ ਸੀਗਾ ਉਸ ਨੇ ਵੀ ਉਹ ਵੀ ਡਰਦਾ ਸੀ। ਉਹਨੇ ਇਹ ਤੁਸੀਂ ਪੜ੍ਹ ਲਿਓ 6ਵਾਂ 7ਵਾਂ 8ਵਾਂ ਅਧਿਆਇ ਦੂਜੇ ਇਤਿਹਾਸ ਦਾ, ਇਹ ਤਿੰਨੇ ਤੁਸੀਂ ਚੈਪਟਰ ਜੇ ਪੜ੍ਹ ਲਓਗੇ ਤੁਹਾਨੂੰ ਇਹ ਸਾਰੀ ਕਹਾਣੀ ਦੀ ਸਮਝ ਲੱਗ ਜਾਣੀ ਆ। ਪਰ ਮੈਂ ਇੱਥੇ ਇੱਕੋ ਹੀ ਗੱਲ ਤੁਹਾਨੂੰ ਇਸ ਥਾਂ ਦੇ ਉੱਤੇ ਦੱਸੂਗੀ ਕਿ ਜਿਹੜਾ ਸੁਲੇਮਾਨ ਸੀ ਉਹ ਵੀ ਡਰਦਾ ਸੀ, ਕਿਉਂਕਿ ਪਰਮੇਸ਼ਰ ਨੇ ਹੁਕਮ ਦਿੱਤਾ ਹੋਇਆ ਸੀ ਵੀ ਕਿਸੇ ਤੁਸੀਂ ਦੂਜੀ ਪਰਾਈ ਔਰਤ ਦੇ ਨਾਲ ਵਿਆਹ ਨਹੀਂ ਕਰਨਾ। ਸੁਲੇਮਾਨ ਦੀਆਂ ਅੰਤਾਂ ਦੀਆਂ ਰਾਣੀਆਂ ਸੀਗੀਆਂ ਤੇ ਉਹਨੇ ਵਿਆਹ ਵੀ ਕਿਹਦੇ ਨਾਲ ਕੀਤਾ? ਫਿਰੌਨ ਦੀ ਧੀ ਨਾਲ, ਜਿਹੜਾ ਕਿ ਪਰਮੇਸ਼ਰ ਦਾ ਦੁਸ਼ਮਣ ਸੀ। ਹੁਣ ਉਹ ਫਿਰੌਨ ਦੀ ਧੀ ਜਿਹੜੀ ਸੀਗੀ ਉਹਦੀ ਵਾਈਫ ਸੀਗੀ, ਉਹਨੇ ਕੀ ਕੀਤਾ? ਸੁਲੇਮਾਨ ਨੇ ਉਹਦਾ ਜਿਹੜਾ ਮਹਿਲ ਸੀ ਉਹ ਯਰੂਸ਼ਲਮ ਦੇ ਵਿੱਚ ਨਾ ਬਣਾਇਆ, ਕਿਉਂਕਿ ਯਰੂਸ਼ਲਮ ਜਿਹੜਾ ਸੀ ਉਹ ਪਵਿੱਤਰ ਸ਼ਹਿਰ ਸੀ, ਕਿਉਂਕਿ ਪਰਮੇਸ਼ਰ ਦਾ ਪਵਿੱਤਰ ਨੇਮ ਦਾ ਸੰਦੂਕ ਉਸ ਥਾਂ ਤੇ ਪਿਆ ਸੀ। ਕਿਉਂਕਿ ਸੁਲੇਮਾਨ ਡਰਦਾ ਸੀ ਕੀ ਤੋਂ? ਜਿਹੜਾ ਰੂਹ ਤੇ ਸਰੀਰ ਨੂੰ ਮਾਰ ਕੇ ਨਰਕ 'ਚ ਸਿੱਟ ਸਕਦਾ। ਉਹਨੇ ਮਿਸਰੀ ਤੀਵੀਂ ਜਿਹੜੀ ਉਹਦੀ ਸੀਗੀ ਔਰਤ ਸੀਗੀ, ਉਹਦਾ ਜਿਹੜਾ ਮਹਿਲ ਸੀ ਉਹ ਯਰੂਸ਼ਲਮ ਤੋਂ ਬਾਹਰ ਬਣਾਇਆ ਸੀ। 8ਵੇਂ ਅਧਿਆਇ ਦੀ ਜਿਹੜੀ ਇਹ ਮੈਂ ਐਤ ਤੁਹਾਨੂੰ ਦੱਸੀ ਆ, ਇਹਦੇ ਵਿੱਚ ਉਹਨੇ ਲਿਖਿਆ ਹੋਇਆ 8:11 ਦੇ ਵਿੱਚ 8:11 ਦੇ ਵਿੱਚ ਲਿਖਿਆ, ਕਹਿੰਦਾ ਕਿ ਸੁਲੇਮਾਨ ਨੇ ਆਗਿਆ ਨਾ ਦਿੱਤੀ ਵੀ ਇਹ ਉਸ ਥਾਂ ਦੇ ਉੱਤੇ ਜਾ ਕੇ ਰਹੇ, ਮਹਿਲ ਹੀ ਉਹਦਾ ਬਾਹਰ ਬਣਾਤਾ। ਕਿਉਂ? ਯਰੂਸ਼ਲਮ ਇੰਨਾ ਪਵਿੱਤਰ ਥਾਂ ਸੀ। ਸਾਡੇ ਵਿੱਚ ਵੀ ਉਹ ਪਵਿੱਤਰ ਪਰਮੇਸ਼ਰ ਰਹਿੰਦਾ। ਸਾਨੂੰ ਪਰਮੇਸ਼ਰ ਨੇ ਕਿਹਾ ਵੀ ਤੁਸੀਂ ਮੇਰੇ ਮੰਦਰ ਹੋ, ਇਸ ਕਰਕੇ ਕੋਈ ਵੀ ਅਪਵਿੱਤਰ ਚੀਜ਼ ਸਾਡੇ 'ਚ ਆਉਣੀ ਨਹੀਂ ਚਾਹੀਦੀ। ਇਹ ਪਰਮੇਸ਼ਰ ਆ, ਪਵਿੱਤਰ ਪਰਮੇਸ਼ਰ, ਇਹ ਉਹ ਰੂਹ ਤੇ ਸਰੀਰ ਦਾ ਨਾਸ਼ ਕਰਨ ਜਾਣਦਾ ਆ। ਹਾਲੇਲੂਇਆ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਾਡੇ ਵਾਸਤੇ ਵੀ ਨੇ, ਤਾਂ ਕਿ ਅਸੀਂ ਪਰਮੇਸ਼ਰ ਨੇ ਕਿਹਾ ਤੁਹਾਡੇ ਮੰਦਰ ਦੇ ਵਿੱਚ ਅੰਦਰ ਮੈਂ ਰਹਿਣਾ ਆ, ਇਸ ਕਰਕੇ ਇਹਨੂੰ ਕਿਸੇ ਵੀ ਮਲੀਨਤਾਈ ਤੋਂ
ਬਚਾ ਕੇ ਰੱਖੀਏ। ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੇ ਫਿਰ ਪਰਮੇਸ਼ਰ ਨੇ ਇਹ ਜਦੋਂ ਚੇਲਿਆਂ ਦੇ ਕੋਲੇ ਜਦੋਂ ਆਣ ਕੇ ਪਰਮੇਸ਼ਰ ਕਹਿੰਦੇ ਤੁਸੀਂ ਡਰੋ ਨਾ, ਉਹ ਤਾਂ ਕਾਹਤੋਂ ਡਰਦੇ ਹੋ ਜਿਹੜੇ ਬਾਹਰ ਲੋਕ ਫਰੀਸੀ ਨੇ, ਤੁਸੀਂ ਉਹ ਤੋਂ ਡਰੋ ਜਿਹੜਾ ਰੂਹ ਤੇ ਸਰੀਰ ਨੂੰ ਮਾਰ ਕੇ ਨਰਕ ਦੇ ਵਿੱਚ ਸਿੱਟ ਸਕਦਾ ਵਾ। ਹੁਣ ਪਹਿਲੇ ਤਾਂ ਇਹ ਦੱਸੇ ਪਰਮੇਸ਼ਰ ਨੇ ਇਹ ਸੁਨੇਹਾ ਦਿੱਤਾ। ਹੁਣ ਜਿਹੜਾ ਦੂਸਰਾ ਸੀ ਨਾਲ ਹੀ ਜਦੋਂ ਡਰਦੇ ਸੀ, ਉਸ ਤੋਂ ਬਾਅਦ ਜਦੋਂ ਪਰਮੇਸ਼ਰ ਉੱਥੇ ਆਣ ਕੇ ਉਤਰੇ, ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸ਼ਾਂਤੀ ਹੋਵੇ, ਤੁਹਾਡੇ ਤੇ ਸ਼ਾਂਤੀ ਹੋਵੇ, ਕਿਉਂਕਿ ਜੇ ਸ਼ਾਂਤੀ ਨਹੀਂ ਤਾਂ ਡਰ ਆ, ਜੇ ਸ਼ਾਂਤੀ ਆ ਤਾਂ ਡਰ ਨੱਸ ਜਾਂਦਾ। ਪ੍ਰਭੂ ਕਹਿੰਦਾ ਸ਼ਾਂਤੀ ਹੋਵੇ, ਤੁਹਾਡੇ ਤੇ ਸ਼ਾਂਤੀ ਹੋਵੇ, ਤੁਹਾਡੇ ਤੇ ਸ਼ਾਂਤੀ ਹੋਵੇ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਬਚਨ ਦੇ ਵਿੱਚ ਪਹਿਲਾ ਯਹੋਨਾ ਦੇ 5:19 ਦੇ ਵਿੱਚ ਲਿਖਿਆ ਕਿ ਸਾਰਾ ਸੰਸਾਰ ਆ ਜਿਹੜਾ ਉਹ ਸ਼ੈਤਾਨ ਦੇ ਪੰਜੇ ਦੇ ਹੇਠਾਂ। ਪ੍ਰਭੂ ਯਿਸੂ ਦੇ ਕੋਲੇ ਸ਼ਾਂਤੀ ਆ, ਇਸ ਕਰਕੇ ਸ਼ਾਂਤੀ ਦਿੰਦਾ। ਜਿਹਦੇ ਕੋਲੇ ਜਿਹੜੀ ਚੀਜ਼ ਹੋ ਉਹੀ ਦਿਓ। ਸੰਸਾਰ ਕੋਲੇ ਕੀ ਆ? ਗੁੱਸਾ, ਲੜਾਈਆਂ, ਝਗੜੇ। ਕਿਵੇਂ ਪਤਾ ਲੱਗਦਾ ਵੀ ਅਸੀਂ ਸਾਰਾ ਸੰਸਾਰ ਸ਼ੈਤਾਨ ਦੇ ਪੰਜੇ ਥੱਲੇ ਹੈਗਾ ਆ? ਕਿਉਂਕਿ ਆ ਸਾਰੇ ਗਿਫਟ ਉਹਨਾਂ ਦੇ ਕੋਲੇ ਨੇ। ਗੁੱਸਾ, ਲੜਾਈਆਂ, ਝਗੜੇ, ਬਦਮਾਸ਼ੀਆਂ, ਜੋ ਵੀ ਕੁਝ ਵਿਦਤਾਂ, ਫੁੱਟਾਂ, ਇਹ ਸਾਰੀਆਂ ਲੜਾਈਆਂ ਝਗੜੇ ਸੰਸਾਰ ਦੇ ਵਿੱਚ ਆ, ਕਿਉਂਕਿ ਇਹ ਸੰਸਾਰ ਨੂੰ ਸ਼ੈਤਾਨ ਦੀ ਦੇਣ ਆ। ਪਰ ਪ੍ਰਭੂ ਦੀ ਦੇਣ ਕੀ ਆ? ਸ਼ਾਂਤੀ। ਕਹਿੰਦਾ ਤੁਹਾਡੇ ਤੇ ਸ਼ਾਂਤੀ ਹੋਵੇ, ਸ਼ਾਂਤੀ ਹੋਵੇ। ਅੱਜ ਵੀ ਇਹ ਪਰਮੇਸ਼ਰ ਆਪਾਂ ਨੂੰ ਕਹਿੰਦਾ ਤੜਫੋ ਨਾ, ਸਭ ਕੁਝ ਹੋ ਹੀ ਜਾਊਗਾ, ਤੁਸੀਂ ਟਿਕਾ ਨਾਲ ਬੈਠੋ, ਸ਼ਾਂਤੀ ਤੁਹਾਡੇ ਉੱਤੇ ਹੋਵੇ। ਪਰਮੇਸ਼ਰ ਕਹਿੰਦਾ ਆ, ਹਾਲੇਲੂਇਆ। ਕਹਿੰਦਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ। ਉਹੋ ਜੀ ਸ਼ਾਂਤੀ ਨਹੀਂ ਦਿੰਦਾ ਵੀ ਜਿਹੜੀ ਰਾਤ ਨੂੰ ਹੁੰਦੀ ਆ ਲੋਕਾਂ ਦੇ ਕੋਲ ਤੇ ਸਵੇਰ ਨੂੰ ਗਾਇਬ ਹੋ ਜਾਂਦੀ ਆ। ਪਰਮੇਸ਼ਰ ਆਪਣੀ ਸ਼ਾਂਤੀ, ਉਹਦੀ ਸ਼ਾਂਤੀ ਆ ਜਿਹੜੀ ਉਹ ਸਥਾਈ ਸ਼ਾਂਤੀ ਆ। ਮੈਂ ਇੱਕ ਵਾਰੀ ਬਾਈਬਲ ਸਟੱਡੀ ਚੱਲਦੀ ਸੀ, ਇੱਕ ਭੈਣ ਨੇ ਮੈਨੂੰ ਪੁੱਛਿਆ ਕਿ ਕਿੱਦਾਂ ਪਤਾ ਲੱਗਦਾ ਵੀ ਆਹ ਫਲਾਨੀ ਚੀਜ਼ ਆ ਜਿਹੜੀ ਇਹ ਪਰਮੇਸ਼ਰ ਵੱਲੋਂ ਆ ਜਾਂ ਆਹ ਚੀਜ਼ ਆ ਜਿਹੜੀ ਪਰਮੇਸ਼ਰ ਵੱਲੋਂ ਹੈ ਨਹੀਂ ਗੀ। ਮੈਂ ਉਹਨਾਂ ਨੂੰ ਕਿਹਾ ਵੀ ਭੈਣ ਬਹੁਤ ਹੀ ਸੌਖਾ, ਵੈਰੀ ਈਜ਼ੀ ਇਸ ਨੂੰ ਗੈਸ ਕਰਨ ਦਾ, ਇਸ ਨੂੰ ਗੈਸ ਕਰਨ ਦਾ ਇੱਕੋ ਤਰ੍ਹਾਂ। ਜੇ ਤਾਂ ਉਹ ਗੱਲ ਤੁਹਾਡੇ ਅੰਦਰ ਸ਼ਾਂਤੀ ਲੈ ਕੇ ਆ ਗਈ, ਇਹਦਾ ਮਤਲਬ ਉਹ ਪ੍ਰਭੂ ਯਿਸੂ ਵੱਲੋਂ ਆ। ਆਮੀਨ। ਜੇ ਤੁਹਾਡੇ ਅੰਦਰ ਉਹਨੇ ਤੂਫਾਨ ਮਚਾਤਾ, ਉਹ ਫਿਰ ਪਤਾ ਨਹੀਂ ਕਿਹਦੇ ਵੱਲੋਂ ਆ, ਜਾਣੀ ਕਿ ਯਿਸੂ ਵੱਲੋਂ ਨਹੀਂ। ਸੋ ਕਿਉਂਕਿ ਪਰਮੇਸ਼ਰ ਸ਼ਾਂਤੀ ਦਾ ਪਰਮੇਸ਼ਰ ਆ। ਪਰਮੇਸ਼ਰ ਸ਼ਾਂਤੀ ਦਾ ਰਾਜਕੁਮਾਰ ਪਰਮੇਸ਼ਰ ਆ। ਤੇ ਅਗਲੀ ਵਾਰ ਫਿਰ ਜਦੋਂ ਡਰ ਕਹਿ ਦਿੱਤਾ ਵੀ ਡਰੋ ਨਾ, ਕਹਿ ਦਿੱਤਾ ਵੀ ਤੁਸੀਂ ਆਪਣੇ ਬੂਹੇ ਬੰਦ ਆ ਜਿਹੜੇ ਇਹਦੇ ਵਿੱਚੋਂ ਨਿਕਲੋ, ਤੁਸੀਂ ਬੂਹਿਆਂ ਦੇ ਵਿੱਚੋਂ। ਲਿਟਰਲੀ ਤਾਂ ਇਹੀ ਕਹਿਣਾ ਸੀ, ਅਸਲ ਵਿੱਚ ਤਾਂ ਇਹੀ ਕਹਿਣਾ ਸੀ ਜਦੋਂ ਪਰਮੇਸ਼ਰ ਨੇ ਕਿਹਾ ਵੀ ਡਰੋ ਨਾ। ਫਿਰ ਕਹਿੰਦਾ ਸ਼ਾਂਤੀ, ਮੇਰੀ ਸ਼ਾਂਤੀ ਤੁਹਾਡੇ ਤੇ ਹੋਵੇ, ਸ਼ਾਂਤੀ ਤੁਹਾਡੇ। ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਮਗਰੋਂ ਪਰਮੇਸ਼ਰ ਕਹਿੰਦੇ ਆ ਵਚਨ ਦੇ ਵਿੱਚ ਹੀ 22ਵੀਂ ਐਤ ਦੇ ਵਿੱਚ ਕਹਿੰਦੇ ਪਵਿੱਤਰ ਆਤਮਾ ਲਵੋ। ਡਰ ਚੱਕਿਆ ਗਿਆ, ਸ਼ਾਂਤੀ ਆ ਗਈ, ਹੁਣ ਕਹਿੰਦੇ ਪਵਿੱਤਰ ਆਤਮਾ। ਪ੍ਰਭੂ ਤਰਤੀਬੀ ਦਾ ਪਰਮੇਸ਼ਰ ਆ, ਤਰਤੀਬ ਨਾਲ ਕੰਮ ਕਰਦਾ। ਇਹ ਨਹੀਂ ਵੀ ਕਿਸੇ ਦੇ ਵਿੱਚ ਡਰ ਪਿਆ ਹੋਇਆ ਤੇ ਕਹਿੰਦੇ ਪਵਿੱਤਰ ਆਤਮਾ ਲਵੋ। ਕਿੱਦਾਂ ਹੋ ਜਾਊਗਾ? ਨਹੀਂ ਹੋਣਾ। ਜਿੰਨੇ ਚਿਰ ਸ਼ਾਂਤੀ ਅੰਦਰ ਨਹੀਂ, ਉਨੇ ਚਿਰ ਪਵਿੱਤਰ ਆਤਮਾ ਨਹੀਂ ਆ ਸਕਦਾ। ਸੋ ਪਰਮੇਸ਼ਰ ਦਾ ਇਹ ਬਚਨ ਦੇ ਵਿੱਚ ਵੀ ਕਿਹਾ, ਕਹਿੰਦਾ ਕਿ ਤੁਸੀਂ ਯਰੂਸ਼ਲਮ ਤੋਂ ਉਨਾ ਚਿਰ ਬਾਹਰ ਨਹੀਂ ਜਾਣਾ ਜਿੰਨਾ ਚਿਰ ਤੁਸੀਂ ਪਵਿੱਤਰ ਆਤਮਾ ਦਾ ਲਿਬਾਸ ਨਾ ਪਾ ਲਓ। ਲਿਬਾਸ ਦਾ ਮੈਨਾਂ ਕੀ ਆ? ਸ਼ਕਤੀ, ਪਵਿੱਤਰ ਆਤਮਾ ਦੀ ਸ਼ਕਤੀ। ਸ਼ਕਤੀ ਤੋਂ ਬਗੈਰ ਅਸੀਂ ਕਿਵੇਂ ਜਾ ਕੇ ਵਚਨ ਦੱਸਾਂਗੇ? ਕਿਸੇ ਨੂੰ ਨਹੀਂ ਦੱਸ ਸਕਦੇ। ਜੇ ਸਾਨੂੰ ਕੋਈ ਪੁੱਛੂਗਾ ਵੀ ਤੁਸੀਂ ਤੁਹਾਡੇ ਆਪ ਦੇ ਵਿੱਚ ਤਾਂ ਸ਼ਾਂਤੀ ਹੈ ਨਹੀਂ ਤੇ ਤੁਸੀਂ ਵੰਡਦੇ ਫਿਰਦੇ ਹੋ ਸ਼ਾਂਤੀ, ਪਰ ਪਰਮੇਸ਼ਰ ਪ੍ਰਭੂ ਕਹਿੰਦਾ ਸ਼ਾਂਤੀ ਤੁਹਾਡੇ ਉੱਤੇ ਹੋਵੇ, ਪਵਿੱਤਰ ਆਤਮਾ ਲਵੋ। ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਅਸੀਂ ਬਾਹਰ ਜਾਂਦੇ ਆ, ਅਸੀਂ ਲੋਕਾਂ ਨੂੰ ਦੱਸਦੇ ਆ। ਜਿਹੜਾ ਯੋਹੰਨਾ ਸੀਗਾ ਉਹ ਪਰਮੇਸ਼ਰ ਦਾ ਦੂਤ ਕਰਕੇ ਪਹਿਲਾਂ ਭੇਜਿਆ ਸੀ। ਕਾਹਤੋਂ ਭੇਜਿਆ ਸੀ? ਤਾਂ ਕਿ ਲੋਕਾਂ ਦੇ ਦਿਲਾਂ ਨੂੰ ਤਿਆਰ ਕਰ ਸਕੇ ਸੱਚੇ ਪਰਮੇਸ਼ਰ ਨੂੰ ਜਾਣਨ ਵਾਸਤੇ, ਤੇ ਤਾਂ ਕਿ ਉਹ ਬੱਚੇ ਆਪਣੇ ਪਰਮੇਸ਼ਰ ਨੂੰ ਪਹਿਚਾਣ ਸਕਣ। ਦੂਤ ਬਣਾ ਕੇ ਭੇਜਿਆ। ਹੁਣ ਦੇਖੋ ਇੱਥੇ ਇੱਕ ਗੱਲ ਹੈ, ਕਿਉਂਕਿ ਯੋਹੰਨਾ ਨੂੰ ਜਦੋਂ ਉਹਨਾਂ ਨੇ ਲੋਕਾਂ ਨੇ ਕਿਹਾ ਬਈ ਤੂੰ ਹੀ ਆ ਉਹ ਆਉਣ ਵਾਲਾ ਜਾਂ ਜਿਹਨੇ ਇਜ਼ਰਾਈਲ ਨੂੰ ਛੁਟਕਾਰਾ ਦੇਣਾ, ਉਹ ਕਹਿੰਦਾ ਕਿ ਨਹੀਂ ਮੈਂ ਨਹੀਂ, ਮੈਂ ਤਾਂ ਕਹਿੰਦਾ ਕਿ ਪਾਣੀ ਨਾਲ ਬਪਤਿਸਮਾ ਦੇਣਾ। ਕਹਿੰਦਾ ਪਰ ਮੇਰੇ ਤੋਂ ਪਿੱਛੇ ਇੱਕ ਆ ਰਿਹਾ ਵਾ, ਮੇਰੇ ਤੋਂ ਪਿੱਛੋਂ ਆ ਰਿਹਾ ਜਿਹੜਾ ਮੇਰੇ, ਉਹ ਕਹਿੰਦਾ ਕਿ ਤੁਹਾਨੂੰ ਕਾਹਦੇ ਨਾਲ? ਰੂਹ ਤੇ ਅੱਗ ਨਾਲ ਬਪਤਿਸਮਾ ਦਊਗਾ। ਹੁਣ ਪਵਿੱਤਰ ਆਤਮਾ ਦੇ ਦਿੱਤਾ ਤੇ ਰੂਹ ਤੇ ਅੱਗ ਦਾ ਬਪਤਿਸਮਾ ਕੌਣ ਦਿੰਦਾ? ਕੋਈ ਪਾਸਟਰ ਦਿੰਦਾ ਜਾਂ ਯੋਹੰਨਾ ਦਿੰਦਾ ਜਾਂ ਕੋਈ ਦੂਤ ਦਿੰਦਾ? ਨਹੀਂ, ਪ੍ਰਭੂ ਯਿਸੂ ਮਸੀਹ ਜਿਹੜੇ ਉਹ ਆਪਣੀ ਰੂਹ ਦਾ ਬਪਤਿਸਮਾ ਦਿੰਦੇ ਆ। ਉਹਨਾਂ ਦੀ ਰੂਹ ਦੇ ਨਾਲ
ਜਿਹੜੀ ਉਹ ਸ਼ਕਤੀ ਆ ਉਹਦੇ ਨਾਲ ਹੀ ਲੰਗੜੇ ਚੱਲਦੇ ਆ, ਹਾਲੇਲੂਇਆ। ਉਹਦੇ ਨਾਲ ਹੀ ਮੁਰਦੇ ਉੱਠਦੇ ਨੇ, ਉਹਦੇ ਨਾਲ ਹੀ ਪੌੜੀਆਂ ਤੇ ਪਹੁੰਚ ਜਾਂਦੇ ਨੇ, ਉਹਦੇ ਨਾਲ ਹੀ ਸਾਡੇ 'ਚ ਮੁਕਤੀ ਆਉਂਦੀ ਆ। ਉਹ ਪਰਮੇਸ਼ਰ ਦੀ ਸ਼ਕਤੀ ਕਹਿੰਦਾ ਮੇਰੀ ਸ਼ਕਤੀ ਤੋਂ ਬਗੈਰ ਬਾਹਰ ਨਹੀਂ। ਕਹਿੰਦਾ ਪਵਿੱਤਰ ਆਤਮਾ ਲਵੋ, ਪਵਿੱਤਰ ਆਤਮਾ ਜਾਣੀ ਕਿ ਸ਼ਕਤੀ ਲਵੋ ਪਰਮੇਸ਼ਰ ਦੀ। ਹਾਲੇਲੂਇਆ ਹਾਲੇਲੂਇਆ। ਫਿਰ ਕੀ ਕਾਹਤੋਂ? ਕਿਉਂਕਿ ਕਹਿੰਦਾ ਕਿ ਤਾਂ ਕਿ ਤੁਸੀਂ ਮੇਰੇ ਕੰਮਾਂ 'ਚ ਜੁਟ ਜਾਵੋ, ਨਾ ਕਿ ਅੰਦਰ ਡੋਰ ਲਾ ਕੇ ਬੈਠੋ ਤੁਸੀਂ ਬੰਦ ਕਰਕੇ। ਬਾਹਰ ਨਿਕਲੋ ਸ਼ਕਤੀ ਨਾਲ ਭਰਪੂਰ ਹੋ ਕੇ, ਪਰਮੇਸ਼ਰ ਕਹਿੰਦਾ ਆ। ਫਿਰ ਦੇਖੋ ਇੱਕ ਹੋਰ ਵੱਡੀ ਗੱਲ ਆ, ਹੁਣ ਇਹ ਤਾਂ ਸਾਰਾ ਕੁਝ ਕਹਿ ਦਿੱਤਾ, ਡਰ ਤੋਂ ਪਰਮੇਸ਼ਰ ਨੇ ਕਹਿ ਦਿੱਤਾ ਫ੍ਰੀ ਹੋ ਜਾਓ ਤੇ ਬੰਧਨਾਂ ਦੇ ਵਿੱਚੋਂ ਤੁਸੀਂ ਨਿਕਲ ਜਾਓ, ਪਰਮੇਸ਼ਰ ਕਹਿੰਦਾ। ਤੇ ਫਿਰ ਕਹਿੰਦਾ ਪਵਿੱਤਰ ਆਤਮਾ ਲੈ ਲਓ ਤੁਸੀਂ। ਇਹ ਸਾਰਾ ਕੁਝ ਦੇ ਕੇ ਤੇ ਫਿਰ ਪਰਮੇਸ਼ਰ ਕੀ ਕਹਿੰਦੇ ਆ? ਇੱਕ ਬਹੁਤ ਵੱਡਾ ਅਧਿਕਾਰ ਦਿੰਦੇ ਆ, ਅਧਿਕਾਰ ਦਿੰਦੇ ਆ। ਜਿਹੜਾ ਭੈਣ ਨੇ ਪੜਿਆ ਕਹਿੰਦਾ ਕਿ ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਮਾਫ ਹੋ ਜਾਣਗੇ, ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਨਹੀਂ ਕਰੋਗੇ ਤਾਂ ਉਹ ਨਹੀਂ ਹੋਣਗੇ। ਹੈ ਕਿਦਾਂ? ਇਹ ਗੱਲ ਦੇ ਵਿੱਚ ਬਹੁਤ ਵੱਡੀ ਕਨਫਿਊਜ਼ਨ ਆ। ਬਹੁਤ ਲੋਕ ਇੱਥੇ ਕਨਫਿਊਜ਼ ਹੋ ਜਾਂਦੇ ਆ। ਅੱਛਾ, ਇਹਦਾ ਮਤਲਬ ਇਹ ਆ ਵੀ ਅਸੀਂ ਵੀ ਪਾਪ ਮਾਫ ਕਰ ਸਕਦੇ ਹਾਂ, ਅਸੀਂ ਵੀ ਕਿਸੇ ਦੇ ਪਾਪ ਨਹੀਂ ਮਾਫ ਕਰ ਸਕਦੇ? ਨਹੀਂ, ਇਹ ਇੱਥੇ ਕਨਫਿਊਜ਼ਨ ਆ। ਇਹ ਮੈਂ ਦੱਸਦੀ ਹਾਂ, ਬਹੁਤ ਵਰਸਿਸ ਦਿੱਤੀਆਂ ਹੋਈਆਂ ਨੇ ਬਾਈਬਲ ਦੇ ਵਿੱਚ, ਪਰ ਇੱਕੋ ਵਰਸ ਦੇ ਨਾਲ ਮੈਂ ਕਲੀਅਰ ਕਰ ਦੇਣਾ ਇਹ ਤੁਹਾਡਾ। ਕਹਿੰਦਾ ਦੇਖੋ, ਜਦੋਂ ਯਿਸੂ ਮਸੀਹ ਬੈਠੇ ਸੀਗੇ ਉੱਥੇ ਤਾਂ ਉਹ ਜਿਹੜਾ ਇੱਕ ਬਿਮਾਰ ਬੰਦੇ ਨੂੰ ਉਹਦੇ ਦੋਸਤ ਲੈ ਕੇ ਆਉਂਦੇ ਆ। ਉਹਦੇ ਦੋਸਤ ਜਦੋਂ ਉਹਦੇ ਰੰਗੀ ਨੂੰ ਲੈ ਕੇ ਆਉਂਦੇ ਆ ਤਾਂ ਰਾਹ ਨਾ ਮਿਲਿਆ ਪਰਮੇਸ਼ਰ ਪ੍ਰਭੂ ਯਿਸੂ ਦੇ ਚਰਨਾਂ ਦੇ ਵਿੱਚ ਜਾਣ ਨੂੰ। ਉਹਨਾਂ ਨੇ ਛੱਤ ਪਾੜ ਕੇ ਥੱਲੇ ਮੰਜੇ ਨੂੰ ਸਿੱਟ ਦਿੱਤਾ, ਪਰਮੇਸ਼ਰ ਦੇ ਮੂਹਰੇ ਉਤਾਰ ਦਿੱਤਾ ਜਾਣੀ ਕਿ। ਤੇ ਜਦੋਂ ਪਰਮੇਸ਼ਰ ਦੇ ਮੂਹਰੇ ਉਤਾਰ ਦਿੱਤਾ, ਉੱਥੇ ਹੋਰ ਵੀ ਬਥੇਰੇ ਬੈਠੇ ਸੀ, ਫਰੀਸੀ ਵਗੈਰਾ ਸਾਰੇ ਬੈਠੇ ਸੀਗੇ। ਤਾਂ ਪਰਮੇਸ਼ਰ ਪ੍ਰਭੂ ਯਿਸੂ ਕਹਿੰਦੇ ਪੁੱਤਰ ਤੇਰੇ ਪਾਪ ਮਾਫ ਹੋ ਗਏ। ਆਹੀ ਬੋਲੇ, ਪੁੱਤਰ ਤੇਰੇ ਪਾਪ ਮਾਫ ਹੋ ਗਏ। ਤਾਂ ਜਿਹੜਾ ਮਰਕਸ ਦੀ ਕਿਤਾਬ ਦੇ 2:7 ਦੇ ਵਿੱਚ ਲਿਖਿਆ ਹੋਇਆ ਕਹਿੰਦਾ ਕਿ ਪ੍ਰਭੂ ਉਹ ਜਿਹੜੇ ਬੈਠੇ ਸੀਗੇ ਉਹ ਕਹਿੰਦੇ ਹੈ, ਕਹਿੰਦੇ ਕਿ ਇਹ ਬੰਦਾ ਕਿਸ ਤਰ੍ਹਾਂ ਬੋਲਦਾ ਆ? ਇਹ ਤਾਂ ਪਰਮੇਸ਼ਰ ਦੀ ਨਿੰਦਾ ਕਰਦਾ, ਕਿਉਂਕਿ ਪਰਮੇਸ਼ਰ ਤੋਂ ਬਗੈਰ ਤਾਂ ਕੋਈ ਪਾਪ ਮਾਫ ਹੀ ਨਹੀਂ ਕਰ ਸਕਦਾ। ਹੁਣ ਉਹ ਐ ਤਾਂ ਆਪਾਂ ਨੂੰ ਕਹਿੰਦੀ ਆ ਵੀ ਜੇਕਰ ਕਿਸੇ ਦੇ ਪਾਪ ਮਾਫ, ਕਿਉਂਕਿ ਜਦੋਂ ਇੱਕ ਵਚਨ ਪੜ੍ਹਨਾ ਵਾ ਉਹਦੀ ਖੋਜ ਕਰਨ ਦੇ ਵਾਸਤੇ ਅਲੱਗ-ਅਲੱਗ ਵਚਨ ਦੇ ਵਿੱਚ ਅਲੱਗ-ਅਲੱਗ ਬਾਈਬਲਾਂ 'ਚ ਜਾਣਾ ਹੁੰਦਾ ਵਾ। ਜਿਹੜੀਆਂ ਮੁੱਢਲੀਆਂ ਬਾਈਬਲਾਂ ਉਹਨਾਂ 'ਚ ਜਾਓ ਤਾਂ ਕਿ ਤੁਹਾਡਾ ਸਾਰਾ ਕੁਝ ਕਲੀਅਰ ਹੋ ਜਾਵੇ। ਅਸਲ ਵਿੱਚ ਜੇ ਦੇਖਿਆ ਜਾਵੇ ਉੱਥੇ ਗੱਲ ਹੋ ਰਹੀ ਆ ਕਿ ਜਿਹਦੇ ਪਾਪਾਂ ਨੂੰ ਦੀ ਤੁਸੀਂ ਜਿਹੜੇ ਬੰਦੇ ਦੀ ਤੁਸੀਂ ਅਗਵਾਈ ਕਰੋਗੇ ਪਾਪ ਮਾਫ ਕਰਨ 'ਚ, ਜਿਹਦੀ ਅਗਵਾਈ ਕਰੋਗੇ, ਅਗਵਾਈ ਕਰਨ ਦੀ ਗੱਲ ਆ ਇਹ। ਤਾਂ ਅਸੀਂ ਆਪ ਪਾਪ ਮਾਫ ਨਹੀਂ ਕਰਦੇ, ਅਸੀਂ ਕਹਿੰਦੇ ਆ ਵੀ ਤੇਰੇ ਪਾਪ ਮਾਫ ਹੋ ਜਾਣ, ਪ੍ਰਭੂ ਯਿਸੂ ਮਸੀਹ ਤੇਰੇ ਪਾਪ ਮਾਫ ਕਰੇ। ਹੁਣ ਦੇਖੋ ਇੱਕ ਬੰਦਾ ਸੀਗਾ ਜਿਹੜਾ ਸਮੂਨ ਉਹਦਾ ਨਾਮ ਸੀ, ਜਾਦੂਗਰ ਸੀ। ਸਾਰਿਆਂ ਨੇ ਪੜਿਆ ਪਿਆ ਬਚਨ ਚੋਂ, ਜਾਦੂਗਰ ਸੀ। ਤੇ ਉਹ ਦੇਖਦਾ ਸੀ ਤੇ ਪਤਰਸ ਜਿਹੜਾ ਉਹ ਪ੍ਰੇਰ ਕਰਦਾ ਸੀ ਪਰਮੇਸ਼ਰ ਦੀ ਆਤਮਾ ਦੇ ਨਾਲ, ਲੋਕ ਜਿਹੜੇ ਸੀਗੇ ਭਰਦੇ। ਤੇ ਉਹਨੇ ਕੀ ਕੀਤਾ, ਆਣ ਕੇ ਪੈਸੇ ਲੈ ਕੇ ਆ ਗਿਆ। ਪੈਸੇ ਲੈ ਕੇ ਆਣ ਕੇ ਉਹਨੂੰ ਕਹਿੰਦਾ ਕਿ ਆਹ ਲਓ ਮੇਰੇ ਤੋਂ ਪੈਸੇ ਲੈ ਲਓ, ਕਹਿੰਦਾ ਕਿ ਮੈਨੂੰ ਵੀ ਆਹ ਸ਼ਕਤੀ ਦੇ ਦਿਓ ਤਾਂ ਕਿ ਕਹਿੰਦਾ ਕਿ ਮੈਂ ਵੀ ਲੋਕਾਂ ਦੇ ਉੱਤੇ ਐਂ ਕਰਕੇ ਕਰਾਂ, ਹਨਾ। ਤੇ ਪਤਰਸ ਨੇ ਕੀ ਕਿਹਾ? ਪਤਰਸ ਕਹਿੰਦਾ ਤੂੰ ਵੀ ਤੇ ਤੇਰੇ ਪੈਸੇ ਵੀ ਨਾਸ਼ ਹੋ ਜਾਣ। ਤੂੰ ਕਹਿੰਦਾ ਕਿ ਪਰਮੇਸ਼ਰ ਦੇ ਮੁਫਤ ਵਰਦਾਨ ਨੂੰ ਮੁੱਲ ਲੈਣਾ ਚਾਹਿਆ। ਕਹਿੰਦਾ ਇਹ ਬਥੇਰੇ ਨੇ ਇੱਥੇ, ਬਥੇਰੇ ਨੇ ਇਹ ਜਿਹੀਆਂ ਦੁਕਾਨਾਂ ਪਾਈ ਬੈਠੇ ਜਿਹੜੇ ਆਪਦੇ ਜਾਣੇ ਤਾਂ ਸੋਚਦੇ ਆ ਵੀ ਅਸੀਂ ਰੱਬ ਦਾ ਕੰਮ ਕਰਦੇ ਆ, ਵੇਚਦੇ ਆ ਇਹ ਜਿਹੀਆਂ ਚੀਜ਼ਾਂ ਨੂੰ। ਇਹਨਾਂ ਦੀ ਸਜ਼ਾ ਬਹੁਤ ਭੈੜੀ ਹੋਊਗੀ, ਇਹਨਾਂ ਦੀ ਸਜ਼ਾ ਬਹੁਤ ਡੂੰਘੀ ਆ। ਪਰਮੇਸ਼ਰ ਨਹੀਂ ਚਾਹੁੰਦਾ ਆਪਦੀ ਮਹਿਮਾ ਕਿਸੇ ਨੂੰ ਦੇਣਾ। ਸੋ ਉਹਨੇ ਜਦੋਂ ਕਿਹਾ ਜਿਹੜਾ ਸਮੂਹਨ ਸੀਗਾ ਉਹ ਕਹਿੰਦਾ ਕਿ ਉਹ ਅੱਛਾ, ਕਹਿੰਦਾ ਕਿ ਪਤਰਸ ਤੂੰ ਫਿਰ ਐਂ ਕਰ, ਤੂੰ ਮੇਰੇ ਲਈ ਪ੍ਰਾਰਥਨਾ ਕਰ ਪ੍ਰਭੂ ਦੇ ਕੋਲੇ, ਤਾਂ ਕਿ ਉਹ ਕਹਿੰਦਾ ਕਿ ਤੂੰ ਆਪਣੇ ਗੁਨਾਹਾਂ ਦੇ ਲਈ ਮਾਫੀ ਮੰਗ ਲੈ। ਕਹਿੰਦਾ ਤੂੰ ਹੀ ਮੇਰੀ ਪ੍ਰਾਰਥਨਾ ਕਰ ਦੇ, ਮਤਲਬ ਤੂੰ ਮੇਰੀ ਪ੍ਰਾਰਥਨਾ ਦੇ ਵਿੱਚ ਅਗਵਾਈ ਕਰ ਤਾਂ ਕਿ ਮੇਰੇ ਪਾਪ ਮਾਫ ਹੋ ਜਾਣ। ਕਲੀਅਰ ਹੋ ਗਿਆ ਨਾ, ਹਨਾ। ਪਰਮੇਸ਼ਰ ਦਾ ਵਚਨ ਆ ਇਹ, ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾ ਪੈਂਦਾ, ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸਮਝਣਾ ਪੈਂਦਾ। ਇਹ ਸਾਰੀਆਂ ਗੱਲਾਂ ਕੋਈ ਆਪਾਂ ਨੂੰ ਕੁਐਸਚਨ ਤੁਹਾਨੂੰ ਕਰ ਸਕਦਾ ਤਾਂ ਉਹਦਾ ਆਨਸਰ ਇਹ ਬਣਦਾ। ਸੋ ਇਸ ਕਰਕੇ ਪਰਮੇਸ਼ਰ ਆਪਣੀ ਸਾਰਿਆਂ ਦੀ ਮਦਦ ਕਰੇ। ਸੋ ਜਿਹੜੇ ਗੁਨਾਹ ਨੇ ਇਹ ਪਰਮੇਸ਼ਰ, ਹਾਂ, ਪਵਿੱਤਰ ਆਤਮਾ ਪਾਏ ਹੋਏ ਲੋਕ ਆ ਜਿਹੜੇ, ਉਹ ਉਹਨਾਂ ਲੋਕਾਂ ਦੀ ਅਗਵਾਈ ਕਰਦੇ ਨੇ ਪਾਪਾਂ ਦੀ ਮਾਫੀ ਦੇ ਵਾਸਤੇ, ਜਿਹੜੇ ਮੁਕਤੀ ਦੇ ਰਾਹ ਤੇ ਚੱਲਦੇ ਆ, ਆਉਂਦੇ ਆ, ਜਿਹੜੇ ਮੁਕਤੀ ਲੈਣ ਵਾਸਤੇ ਆਉਂਦੇ ਆ, ਜਿਹੜੇ
मतलब ਜਿਹੜੇ परमेश्वर ਤੋਂ ਮਾਫੀ ਮੰਗਦੇ ਆ ਹਨਾ, ਜਿਨ੍ਹਾਂ ਨੇ ਨਵਾਂ ਜਨਮ ਪਾਉਣਾ ਹੁੰਦਾ, ਉਹਨਾਂ ਦੀ ਅਗਵਾਈ ਕਰਦੇ ਆ ਪਵਿੱਤਰ ਆਤਮਾ ਦੇ ਭਰੇ ਹੋਏ ਲੋਕ। ਆਮ ਲੋਕ ਨਹੀਂ ਕਰ ਸਕਦੇ ਸਾਰਾ ਕੁਝ, ਆਮ ਲੋਕ ਨਹੀਂ ਕਰਦੇ। ਆਪਾਂ ਨਿਤ ਗਵਾਹੀਆਂ ਸੁਣਦੇ ਆ, ਆਪਾਂ ਨਿਤ ਗਵਾਹੀਆਂ ਸੁਣਦੇ ਆ ਕਿ ਉਹ ਮੇਰੇ ਤੇ ਪ੍ਰੇ ਹੋਈ, ਉਦੋਂ ਮੈਂ ਬਹੁਤ ਸ਼ਾਂਤੀ ਨਾਲ ਸੁੱਤਾ, ਮੇਰੇ ਤੇ ਪ੍ਰੇ ਹੋਈ, ਮੈਨੂੰ ਬਹੁਤ ਚੰਗੀ ਨੀਂਦ ਆਈ, ਹਨਾ ਹੁੰਦਾ ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਦੂਜੇ ਪ੍ਰੇਅਰ ਕਰਦੇ ਆ, ਪ੍ਰੇਅਰ ਕਰਕੇ ਅਗਲੇ ਨੂੰ ਉਹ ਸ਼ਾਂਤੀ ਮਿਲਦੀ ਆ, ਉਹ ਗਵਾਹੀ ਕਰਦੇ ਆ ਉਹਨਾਂ ਦੀ ਪ੍ਰੇਅਰ ਦੇ ਵਿੱਚ। ਹਾਲੇਲੂਇਆ। ਹੁਣ ਦੇਖਾਂਗੇ ਕਿ ਇਹ ਜਿਹੜੀਆਂ ਗੱਲਾਂ, ਕਈ ਗੱਲਾਂ ਇਹਦੇ ਵਿੱਚ ਜਿਹੜਾ ਪੋਰਸ਼ਨ ਆਪਾਂ ਪੜ੍ਹਿਆ ਸੀ, ਇਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਆਈਆਂ ਜਿਹੜੀਆਂ ਚੇਲਿਆਂ ਦੇ ਰਾਹ ਦੇ ਵਿੱਚ ਰੁਕਾਵਟ ਬਣੀਆਂ, ਰੋੜਾ ਬਣੀਆਂ ਕਿ ਪਰਮੇਸ਼ਰ ਦੇ ਜਾਣੀ ਇਸ ਗੱਲ ਨੂੰ ਨਾ ਜਾਣ ਸਕਣ ਕਿ ਉਹ ਜਿਉਂਦਾ ਹੋ ਗਿਆ। ਆਪਾਂ ਪਹਿਲਾਂ ਮਗਰਲਾ ਪੋਰਸ਼ਨ ਪੜ੍ਹਿਆ, ਹੁਣ ਮੂਹਰਲੇ ਪੋਰਸ਼ਨ ਦੇ ਵਿੱਚ ਸਾਰਾ ਕੁਝ ਆਉਂਦਾ ਵਾ। ਉਹ ਮੂਹਰਲੇ ਪੋਰਸ਼ਨ ਦੇ ਵਿੱਚ ਜਿਹੜਾ ਆਉਂਦਾ, ਜਦੋਂ ਮਰੀਮ ਮਗਦਲੀਨੀ ਆ ਜਿਹੜੀ, ਉਹ ਐਤਵਾਰ ਨੂੰ ਉੱਥੇ ਜਾਂਦੀ ਆ। ਐਤਵਾਰ ਨੂੰ ਸਵੇਰੇ ਮਾਰਨਿੰਗ ਦੇ ਵਿੱਚ ਜਾ ਕੇ ਜਦੋਂ ਉਹ ਕਬਰ ਦੇ ਉੱਤੇ ਜਾਂਦੀ ਆ, ਜਦੋਂ ਦੇਖਦੀ ਹੈ ਤੇ ਪੱਥਰ ਮੂਹਰਿਓਂ ਕਬਰ ਤੋਂ ਹਟਿਆ ਹੋਇਆ ਵਾ। ਕਈ ਲੋਕ ਸਿਰਫ ਉਹ ਦੇਖਣ ਵਾਸਤੇ ਹੀ ਆਉਂਦੇ ਆ, ਦੇਖਣ ਵਾਸਤੇ ਆਉਂਦੇ ਆ, ਪਰ ਭਾਲਣ ਵਾਸਤੇ ਨਹੀਂ ਆਉਂਦੇ। ਇਸ ਕਰਕੇ ਪਰਮੇਸ਼ਰ ਦਾ ਵਚਨ ਉਹ ਮਰੀਮ ਆਈ, ਆਣ ਕੇ ਉਹਨੇ ਦੇਖਿਆ ਵੀ ਪ੍ਰਭੂ ਹੈ ਨਹੀਂ, ਪ੍ਰਭੂ ਹੈ ਨਹੀਂ, ਪ੍ਰਭੂ ਹੈ ਨਹੀਂ, ਜਾ ਕੇ ਮੁੜ ਗਈ ਹਨਾ। ਜਾ ਕੇ ਜਦੋਂ ਉਹਨੇ ਆਪਣੇ ਉਹਨਾਂ ਨੂੰ ਦੱਸਿਆ ਚੇਲਿਆਂ ਨੂੰ, ਉਹ ਵੀ ਮਗਰ ਮੂਹਰੇ ਭੱਜੇ ਆਏ। ਪਤਰਸ ਮੂਹਰੇ ਭੱਜਿਆ ਪਹਿਲਾਂ, ਫਿਰ ਉਹ ਦੂਜਾ ਚੇਲਾ ਉਹਦੇ ਮੂਹਰੇ ਨਿਕਲ ਗਿਆ। ਉਹ ਅਸਲ ਵਿੱਚ ਦੇਖਣ ਉਹ ਵੀ ਨਹੀਂ ਸੀ ਆਏ ਪ੍ਰਭੂ ਨੂੰ, ਉਹ ਸਿਰਫ ਇਹੀ ਦੇਖਣ ਆਏ ਸੀ ਵੀ ਜਿਹੜਾ ਮਰੀਮ ਇਹ ਕਹਿੰਦੀ ਆ ਵੀ ਪ੍ਰਭੂ ਨੂੰ ਉੱਥੋਂ ਲੈ ਗਏ, ਵੀ ਕੀ ਸੱਚੀ ਮਿੱਚੀ ਲੈ ਗਏ ਜਾਂ ਐਵੇਂ ਕਹਿੰਦੀ ਆ। ਲੱਭਣ ਪ੍ਰਭੂ ਨੂੰ ਉਹ ਵੀ ਨਹੀਂ ਸੀ ਆਏ। ਇੱਥੇ ਵੀ ਬਥੇਰੇ ਆਏ ਨੇ, ਕਈ ਇਹੋ ਜਿਹੇ ਆਏ ਨੇ, ਦੇਖਣ ਹੀ ਆਏ ਨੇ, ਕੁਰਸੀਆਂ ਲਵਾ ਕੇ ਮੁੜ ਗਏ ਜੀ, ਕੁਰਸੀਆਂ ਲਵਾ ਕੇ ਮੁੜ ਗਏ। ਦੇਖਣ ਆਏ, ਦੇਖਣ ਨਾ ਆਈਏ, ਲੱਭਣ ਆਈਏ ਪ੍ਰਭੂ ਨੂੰ, ਪ੍ਰਭੂ ਨੂੰ ਲੱਭਣ ਆਈਏ। ਕਹਿੰਦਾ ਕਿ ਮਰੀਮ ਜਿਹੜੀ ਸੀ ਆਈ ਬਜਾਏ ਇਹਦੇ ਕਿ ਉਹ ਪਰਮੇਸ਼ਰ ਨੂੰ ਲੱਭੇ, ਦੇਖ ਕੇ ਮਾੜੀ ਜਿਹੀ ਝਾਤੀ ਮਾਰ ਕੇ ਭੱਜ ਗਈ ਬਾਹਰ, ਭੱਜ ਗਈ। ਉਹਨੇ ਇਹ ਨਹੀਂ ਸੋਚਿਆ ਵੀ ਇਹ ਕੀ ਦੇਖਣ ਆਈ ਆ, ਇਹ ਕਿ ਪਰਮੇਸ਼ਰ ਨੂੰ ਦਰਸ਼ਨ ਕਰਨ ਆਈ ਆ, ਜੇ ਪਰਮੇਸ਼ਰ ਹੈਗੇ ਆ ਜਾਂ ਨਹੀਂ। ਖਾਲੀ ਹੱਥੀ ਹੋਈ ਮੁੜ ਗਈ, ਝਾਤੀ ਮਾਰ ਕੇ ਜਦੋਂ ਉਹ ਮੁੜ ਜਾਂਦੀ ਆ, ਤਾਂ ਹੁਣ ਦੇਖੋ ਤੁਸੀਂ ਵੀ ਉਹ ਜਾਂਦੀ ਕਿਹਦੇ ਕੋਲੇ ਆ। ਜਾਂਦੀ ਆ ਜਾ ਕੇ ਉਹ ਪਤਰਸ ਤੇ ਉਹ ਦੂਸਰੇ ਨੂੰ ਜਿਹੜਾ ਚੇਲਾ ਜਿਹਨੂੰ ਪਰਮੇਸ਼ਰ ਪਿਆਰ ਕਰਦੇ ਸੀਗੇ, ਉਹ ਜਦੋਂ ਉਹ ਮੂਹਰੇ ਭੱਜੇ ਆਉਂਦੇ ਆ, ਝਾਤੀ ਮਾਰ ਕੇ ਉਹ ਮੁੜ ਜਾਂਦੇ ਆ। ਦੇਖਿਆ ਉਹਨਾਂ ਨੇ ਨਹੀਂ, ਇਹੀ ਦੇਖਿਆ ਉਹਨਾਂ ਨੇ ਨਹੀਂ ਵੀ ਅਸੀਂ ਕੀ ਪ੍ਰਭੂ ਨੂੰ ਦੇਖਣ ਆਏ ਆ। ਸਿਰਫ ਇਹੀ ਦੇਖਣ ਵਾਸਤੇ ਆਏ ਕਿ ਸੱਚਮੁੱਚ ਜਿਹੜੀ ਮਰੀਮ ਨੇ ਗੱਲ ਕਹੀ ਆ ਇਹ ਠੀਕ ਹੈ ਜਾਂ ਨਹੀਂ। ਹੁਣ ਉਹਨਾਂ ਨੇ ਵੀ ਇਹੀ ਰੰਗ ਲਾਤਾ, ਚੇਲਿਆਂ ਨੇ ਵੀ ਇਹੀ ਰੰਗ ਲਾਤਾ, ਬਗੈਰ ਦੇਖੇ ਉਹ ਮੁੜ ਗਏ। ਇਹ ਚੀਜ਼ਾਂ ਸਾਡੇ ਰਾਹ ਦੇ ਵਿੱਚ ਰੁਕਾਵਟ ਬਣ ਜਾਂਦੀਆਂ ਜਦੋਂ ਅਸੀਂ ਪਰਮੇਸ਼ਰ ਦੀ ਗਹਿਰਾਈ ਤੱਕ ਨਹੀਂ ਜਾਂਦੇ। ਅਸੀਂ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਨੂੰ ਦੇਖਣ ਦੀ ਕੋਸ਼ਿਸ਼ ਕਰੀਏ। ਦੇਖਣ ਦੀ ਕੋਸ਼ਿਸ਼ ਨਾ ਕਰੀਏ, ਲੱਭਣ ਦੀ ਕੋਸ਼ਿਸ਼। ਉਹਦੀਆਂ ਗਹਿਰਾਈਆਂ ਬਹੁਤ ਨੇ, ਉਹਨੂੰ ਗਹਿਰਾਈ ਤੱਕ ਲੱਭਣ ਦੇ ਵਾਸਤੇ ਸਾਨੂੰ ਗਹਿਰਾਈ ਦੇ ਵਿੱਚ ਜਾਣਾ ਪੈਂਦਾ ਵਾ। ਹਾਲੇਲੂਇਆ। ਰਾਹ ਖੁੱਲਿਆ, ਅੰਦਰ ਫੇਰ ਵੀ ਨਹੀਂ ਵੜੀ, ਰਾਹ ਖੁੱਲਾ, ਅੰਦਰ ਉਹ ਵੀ ਨਹੀਂ ਵੜੇ। ਪਰਮੇਸ਼ਰ ਨੇ ਭੈਣੋ ਭਰਾਵੋ ਸਾਡੇ ਮੂਹਰੋਂ ਪੱਥਰ ਰੋੜਤਾ, ਰੋੜਾ ਨਹੀਂ, ਪੱਥਰ ਰੋੜਤਾ, ਸਾਡੀਆਂ ਮੁਸ਼ਕਲਾਂ ਨੂੰ ਪਾਸੇ ਕਰਕੇ ਸਾਨੂੰ ਮੁਕਤੀ ਦੇਤੀ। ਜੇ ਫਿਰ ਵੀ ਅਸੀਂ ਖਾਲੀ ਹੱਥੀਂ ਮੁੜਦੇ ਆ, ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਹਰ ਇੱਕ ਨੂੰ ਇਹ ਦੱਸੋ, ਭਾਈ ਦੇਖਣ ਨਾ ਆਓ, ਲੱਭਣ ਆਓ। ਦੇਖੋ ਨਾ, ਸਿਰਫ ਲੱਭੋ। ਕਹਿੰਦਾ ਜਿਹੜਾ ਲੱਭੂਗਾ ਉਹਨੂੰ ਉਹ ਲੱਭ ਜਾਊਗਾ। ਸੋ ਕਹਿੰਦਾ ਕਿ ਬਥੇਰੇ ਹੋਰ ਵੀ ਮਤਲਬ ਆਪਾਂ ਚਾਰੇ ਪਾਸੇ ਦੇਖਦੇ ਆ, ਆਪਣੀ ਗੱਲ ਸੁਣ ਲੈਂਦੇ ਆ, ਸੁਣ ਕੇ ਗੱਲ ਇੱਕ ਕੰਨੋਂ ਪਾਈ ਦੂਜੇ ਕੱਢ ਦਿੱਤੇ, ਕਿਉਂਕਿ ਉਹਨਾਂ ਨੂੰ ਉਹ ਨਹੀਂਗਾ, ਉਹਨਾਂ ਨੂੰ ਪਤਾ ਨਹੀਂਗਾ ਵੀ ਪਰਮੇਸ਼ਰ ਨੂੰ ਲੱਭਣਾ ਹੁੰਦਾ ਵਾ, ਪਰਮੇਸ਼ਰ ਨੂੰ ਲੱਭਣਾ ਹੁੰਦਾ ਆ। ਸੋ ਇਸ ਕਰਕੇ ਜਿਹੜਾ ਪਤਰਸ ਸੀਗਾ, ਪਤਰਸ ਤਾਂ ਸ਼ਾਇਦ ਇਸ ਕਰਕੇ ਹਲੇ ਦੇਖ ਕੇ ਝਾਤੀ ਮਾਰ ਕੇ ਮੁੜ ਗਿਆ ਹੋਣਾ, ਕਿਉਂਕਿ ਉਹਦੇ ਅੰਦਰ ਉਹ ਗੱਲਾਂ ਘੁੰਮਦੀਆਂ ਸੀ ਜਿਹੜੀਆਂ 2 ਦਿਨ ਪਹਿਲਾਂ ਹੋਈਆਂ ਸੀ। 2 ਦਿਨ ਪਹਿਲਾਂ ਕੀ ਹੋਈਆਂ ਸੀਗੀਆਂ? ਕਹਿੰਦੇ ਕੁੱਕੜ ਦੀ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ, 3 ਵਾਰ ਮੇਰਾ ਇਨਕਾਰ ਕਰੇਗਾ। ਹੈ ਨਹੀਂ ਪ੍ਰਭੂ ਜੀ, ਇਹ ਤੁਸੀਂ ਕੀ ਕਹੀ ਜਾਂਦੇ ਹੋ? ਮੈਂ ਤਾਂ ਤੁਹਾਡੇ ਲਈ ਮਰਨ ਲਈ ਵੀ ਤਿਆਰ ਹਾਂ, ਕਿਹਾ ਸੀ ਨਾ। ਹੁਣ ਕੀ? ਉਹ ਮਾਰੇ ਫਰੀਸੀਆਂ ਦੇ ਡਰ ਦੇ ਬੂਹੇ ਲਾਈ ਬੈਠੇ ਆ,
ਬੂਹੇ ਲਾਈ ਬੈਠੇ ਅੰਦਰ ਬੰਦ ਕਰਕੇ ਬੈਠੇ ਜੀ, ਮਰਨ ਨੂੰ ਵੀ ਅਸੀਂ ਤਾਂ ਤਿਆਰ ਆ ਜੀ। ਇਹ ਗੱਲਾਂ ਉਹਦੇ ਅੰਦਰ ਘੁੰਮਦੀਆਂ ਸੀਗੀਆਂ, ਹਲੇ 2 ਦਿਨ ਪਹਿਲਾਂ ਹੀ ਹੋਈਆਂ ਸੀ। ਇਹ ਗੱਲਾਂ ਘੁੰਮਦੀਆਂ ਸੀ, ਇਸੇ ਕਰਕੇ ਝਾਤੀ ਮਾਰ ਕੇ ਮੁੜ ਕੇ ਦੇਖ ਕੇ ਮੁੜ ਗਿਆ। ਹੁਣ ਜਿਹੜੀ ਮਰੀਅਮ ਸੀਗੀ, ਉਹ ਜਿਹੜਾ ਚੇਲਾ, ਉਹ ਤੋਂ ਬਚਨ 'ਚ ਲਿਖਿਆ ਹੋਇਆ, ਕਹਿੰਦਾ ਕਿ ਚੇਲਾ ਜਿਹੜੇ ਜਿਹਨੂੰ ਪ੍ਰਭੂ ਯਿਸੂ ਪਿਆਰ ਕਰਦੇ ਸੀ, ਉਹ ਤੋਂ ਮੂਹਰੇ ਲੰਘ ਕੇ ਉਹ ਮੂਹਰੇ ਲੰਘ ਗਿਆ। ਸ਼ਾਇਦ ਵੀ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੋਊਗਾ ਵੀ ਪ੍ਰਭੂ ਯਿਸੂ ਮੈਨੂੰ ਪਿਆਰ ਕਰਦੇ ਸੀ, ਵੀ ਮੈਂ ਛੇਤੀ ਜਾਵਾਂ, ਪ੍ਰਭੂ ਨੂੰ ਇਹ ਪਤਾ ਲੱਗ ਜਾਏ ਪ੍ਰਭੂ ਹਾਂ ਵਾਕਈ ਸੱਚੀ ਗੱਲ ਆ, ਮੇਰਾ ਤੇ ਤੇਰਾ ਪਿਆਰ ਹੈਗਾ ਆ। ਪਰ ਦੋਨੋਂ ਨਾ ਪਾ ਸਕੇ ਪਰਮੇਸ਼ਰ ਨੂੰ। ਹੁਣ ਜਿਹੜੀ ਮਰੀਅਮ ਮਗਦਲੀਨੀ ਸੀਗੀ, ਉਹ ਉੱਥੇ ਖੜੀ, ਬਚਨ 'ਚ ਲਿਖਿਆ, ਰੋਂਦੀ ਰਹੀ। ਉਹ ਉੱਥੇ ਖੜੀ ਬਿਲਕਦੀ ਰਹੀ। ਉਹਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਸੀਗੀਆਂ ਉਹਦੇ ਨਾਲ ਸੀਗੀਆਂ। ਉਹਦੇ ਵੀ ਸ਼ਾਇਦ ਮਨ ਦੇ ਵਿੱਚ ਕੋਈ ਡਰ ਸੀ। ਉਹਦੇ ਡਰ, ਇਹ ਉਹ ਮਰੀਅਮ ਮਗਦਲੀਨੀ ਸੀ ਜਿਹਦੇ ਪਰਮੇਸ਼ਰ ਨੇ 7 ਡੀਮਨਸ ਕੱਢੇ ਸੀ। 7 ਡੀਮਨਸ ਕੱਢੇ। ਸ਼ਾਇਦ ਉਹਦੇ ਮਨ ਦੇ ਵਿੱਚ ਹੁਣ ਇਹ ਗੱਲ ਆ ਗਈ ਸੀ ਬਈ ਕਿਤੇ ਉਹ ਡੀਮਨਸ ਮੁੜ ਕੇ ਨਾ ਆ ਜਾਣ ਮੇਰੇ ਕੋਲ, ਕਿਉਂਕਿ ਹੁਣ ਤੱਕ, ਕਿਉਂਕਿ ਪਵਿੱਤਰ ਆਤਮਾ ਤਾਂ ਹੈ ਨਹੀਂ ਸੀ ਜਿਹੜਾ ਪ੍ਰੋਟੈਕਟ ਕਰਕੇ ਰੱਖਦਾ ਬੰਦੇ ਨੂੰ। ਉਹ ਜਿਹੜੀ ਮਰੀਅਮ ਸੀਗੀ, ਉਹਦੇ ਮਨ ਦੇ ਵਿੱਚ ਹੋ ਸਕਦਾ ਇਹ ਗੱਲਾਂ ਸੀਗੀਆਂ ਬਈ ਜੇ ਕਿਤੇ ਹੁਣ ਜੇ ਪ੍ਰਭੂ ਤਾਂ ਚਲੇ ਗਏ ਨੇ, ਹਾਏ ਮੈਨੂੰ ਉਹਨੇ ਉਹ ਸੁਣਿਆ ਹੋਇਆ ਸੀ ਪ੍ਰਭੂ ਦੇ ਨਾਲ ਰਹਿੰਦਿਆਂ ਬਈ ਜੇ ਕਿਤੇ ਇਹ ਚਲੀਆਂ ਜਾਂਦੀਆਂ, ਜੇ ਮੁੜ ਕੇ ਆ ਜਾਂਦੀਆਂ ਨੇ ਤਾਂ ਮੁੜ ਕੇ ਆਣ ਕੇ ਉਹ ਆਪਦੇ ਨਾਲ 7-10 ਨੂੰ ਹੋਰ ਵੀ ਲੈ ਆਉਂਦੀਆਂ ਜੇ ਝਾੜਿਆ ਸਮਾਰਿਆ ਦੇਖਦੀਆਂ ਤਾਂ। ਉਹ ਸਾਰੀਆਂ ਗੱਲਾਂ ਮਰੀਅਮ ਦੇ ਅੰਦਰ ਡਰ ਲੈ ਕੇ ਆਈਆਂ ਹੋਈਆਂ ਸੀਗੀਆਂ। ਇਸ ਕਰਕੇ ਮਰੀਅਮ ਰੋਂਦੀ ਰਹੀ, ਉੱਤੇ ਬਿਲਕਦੀ ਰਹੀ, ਕਿਉਂਕਿ ਹੁਣ ਤੱਕ ਤਾਂ ਉਹ ਯਿਸੂ ਦੇ ਸਹਾਰੇ ਫ੍ਰੀ ਸੀਗੀ, ਕਿਉਂਕਿ ਪਵਿੱਤਰ ਆਤਮਾ ਤਾਂ ਹੈ ਨਹੀਂ ਸੀ ਹਲੇ ਉਹਦੇ ਕੋਲੇ। ਇਹ ਡਰ ਉਹਨੂੰ ਵੱਢ ਕੇ ਖਾਂਦਾ ਸੀ ਬਈ ਜੇ ਕਿਤੇ ਉਹ ਆ ਗਈਆਂ ਮੈਂ ਕੀ ਕਰੂੰ। ਉਹ ਰੋਈ ਗਈ। ਪਰ ਪਰਮੇਸ਼ਰ, ਉਹ ਜਦੋਂ ਰੋਂਦੀ ਆ ਤਾਂ ਪਰਮੇਸ਼ਰ ਪ੍ਰਭੂ ਯਿਸੂ ਸੀ ਰੋਂਦਿਆਂ ਦਾ, ਟੁੱਟਿਆ ਹੋਇਆਂ ਦਾ, ਹਨਾ, ਕਹਿੰਦਾ ਯਿਸੂ ਟੁੱਟਿਆਂ ਹੋਇਆਂ ਦਾ ਸਹਾਰਾ, ਉਹਦਾ ਨਾਂ ਸਾਰੇ ਨਾਮਾਂ ਤੋਂ ਨਿਆਰਾ, ਯਿਸੂ ਟੁੱਟਿਆਂ ਦਿਲਾਂ ਦਾ ਸਹਾਰਾ। ਉਹ ਟੁੱਟਿਆਂ ਦਾ ਨਾਮ ਸਹਾਰਾ, ਉਹ ਕੁਚਲਿਆ ਹੋਇਆਂ ਦਾ ਸਹਾਰਾ, ਉਹ ਡਿੱਗਿਆ ਹੋਇਆਂ ਦਾ ਸਹਾਰਾ ਆ, ਉਹ ਟੱਠਿਆ ਹੋਇਆਂ ਦਾ ਸਹਾਰਾ, ਉਹ ਕਲਪਦਿਆਂ ਹੋਇਆਂ ਦਾ ਸਹਾਰਾ। ਭੈਣੋ ਤੇ ਭਰਾਵੋ, ਤੁਹਾਡੀ ਕੋਈ ਨਹੀਂ ਜੇ ਸੁਣਦਾ, ਉਹ ਸੁਣਦਾ। ਤੁਹਾਡੇ ਦਿਲਾਂ ਦੇ ਵਿੱਚ ਜੇ ਰੋਣਾ ਕਰਨਾ ਨਾ, ਪਰਮੇਸ਼ਰ ਸੁਣਦਾ ਆ ਤੁਹਾਨੂੰ। ਪਰਮੇਸ਼ਰ ਸੁਣਦਾ, ਕਿਉਂਕਿ ਉਹ ਟੁੱਟਿਆਂ ਦਿਲਾਂ ਦਾ ਪਰਮੇਸ਼ਰ ਆ, ਉਹ ਤਰਸਵਾਨ ਪਰਮੇਸ਼ਰ ਆ। ਹਾਲੇਲੂਇਆ। ਜੰਨਾ ਜਿਹੜਾ ਸੀ ਉਹ ਪ੍ਰਭੂ ਦਾ ਦੂਤ ਬਣ ਕੇ ਪਰਮੇਸ਼ਰ ਦੇ ਉਹਦੇ ਕੋਲੇ ਆਇਆ। ਇਵੇਂ ਜਿਵੇਂ ਪਰਮੇਸ਼ਰ ਨੇ ਦੂਤ ਬਣ ਕੇ ਆਇਆ ਤਾਂ ਕਿ ਉਹ ਲੋਕਾਂ ਦਾ ਰਾਹ ਤਿਆਰ ਕਰ ਸਕੇ, ਜਿਵੇਂ ਮੈਂ ਪਹਿਲਾਂ ਕਿਹਾ। ਹੁਣ ਇੱਥੇ ਵੀ ਦੇਖੋ, ਇੱਥੇ ਮਰੀਅਮ ਜਦੋਂ ਉੱਥੇ ਬੈਠੀ ਰੋਂਦੀ ਰਹੀ, ਭਾਵੇਂ ਮਰੀਅਮ ਦੇ ਅੰਦਰ ਕਿੰਨੀ ਦੁੱਖ ਸੀ, ਕਿੰਨੀਆਂ ਸੋਚਾਂ ਚੱਲਦੀਆਂ ਹੋਣਗੀਆਂ, ਪਰ ਉਹਨੂੰ 2 ਦੂਤਾਂ ਨੇ ਦਰਸ਼ਨ ਦਿੱਤੇ। ਪਹਿਲਾਂ ਉਹਨੇ 2 ਦੂਤ ਦੇਖੇ ਅੰਦਰ ਬੈਠੇ, ਹਨਾ। ਉਹ 2 ਦੂਤ ਸੀ। ਕਿੱਥੋਂ ਪਤਾ ਲੱਗਦਾ ਵੀ ਪਰਮੇਸ਼ਰ ਦੇ ਭੇਜੇ ਹੋਣਗੇ? ਕਿਉਂਕਿ ਜਿਹੜੀ ਗੱਲ ਪਰਮੇਸ਼ਰ ਨੇ ਉਹਨਾਂ ਨੂੰ ਦੂਤਾਂ ਨੇ ਕਹੀ, ਉਹੀ ਪਰਮੇਸ਼ਰ ਨੇ ਕਹੀ। ਬੀਬੀ ਤੂੰ ਰੋਂਦੀ ਕਿਉਂ ਆ? ਉਹ ਪਰਮੇਸ਼ਰ ਪਹਿਲਾਂ ਦਿਲਾਂ ਨੂੰ ਤਿਆਰ ਕਰਦਾ ਵਾ ਦੂਤਾਂ ਨੂੰ ਭੇਜ ਕੇ। ਤੁਹਾਨੂੰ ਕੋਈ ਖੁਸ਼ਖਬਰੀ ਦੱਸਣ ਆਉਂਦਾ, ਆਪਾਂ ਨੂੰ ਦੱਸੀ ਹੈ, ਜਿਵੇਂ ਲੋਕਾਂ ਨੇ ਪਹਿਲਾਂ ਆਪਾਂ ਨੂੰ ਦੱਸਿਆ ਪਰਮੇਸ਼ਰ ਦੇ ਬਾਰੇ, ਆਪਣੇ ਦਿਲਾਂ ਨੂੰ ਤਿਆਰ ਕੀਤਾ, ਫਿਰ ਪਰਮੇਸ਼ਰ ਆਪਣੇ ਦਿਲ ਦੇ ਵਿੱਚ ਆਇਆ। ਦੂਤ ਆ ਜਿਹੜਾ ਉਹ ਤਾਂ ਆਉਂਦਾ, ਉਹ ਪਰਮੇਸ਼ਰ ਦੇ ਭੇਜੇ ਹੋਏ ਹੁੰਦੇ ਆ ਤਾਂ ਕਿ ਉਹ ਆਪਣਾ ਰਾਹ ਜਿਹੜਾ ਉਹ ਤਿਆਰ ਕਰਨ। ਤੇ ਹੁਣ ਕੀ ਹੁੰਦਾ ਆ, ਮਰੀਅਮ ਦੇ ਅੰਦਰ ਭਾਵੇਂ ਉਹ ਭੁਲੇਖਾ ਸੀ, ਭਾਵੇਂ ਉਹ ਦੁਬਦਾ 'ਚ ਪਈ ਹੋਈ ਸੀ ਵੀ ਕਿਤੇ ਮੈਨੂੰ ਉਹ ਫੇਰ ਨਾ ਆਣ ਕੇ ਘੇਰ ਲੈਣ, ਪਰ ਉਹ ਜਿਹੜੀ ਸੀਗੀ ਤਰਲੇ ਕਰਦੀ ਰਹੀ ਉਹਨੂੰ ਮਾਲੀ ਸਮਝ ਕੇ। ਇਹ ਜੇ ਤੂੰ ਰੱਖਿਆ, ਤੂੰ ਮੈਨੂੰ ਦੱਸ ਦੇ ਕਿੱਥੇ ਰੱਖਿਆ, ਮੈਂ ਆਪੇ ਉੱਥੋਂ ਜਾ ਕੇ ਲੈ ਆਉਂਗੀ। ਤੂੰ ਮੈਨੂੰ ਇੱਕ ਦੱਸ ਦੇ ਮੇਰੇ ਪ੍ਰਭੂ ਨੂੰ, ਤੂੰ ਕਿੱਥੇ ਰੱਖਿਆ, ਕਿੱਥੇ, ਜੇ ਤੈਨੂੰ ਪਤਾ ਤੂੰ ਮੈਨੂੰ ਦੱਸ ਦੇ। ਤਰਲੇ ਕਰਦੀ ਆ, ਰੋਂਦੀ ਆ, ਕਰਲਾਉਂਦੀ ਆ। ਜਦੋਂ ਮੈਂ ਆ ਕਰਦੀ, ਲੇਕਿਨ ਮਨ 'ਚ ਮੇਰੇ ਆਉਂਦਾ ਸੀ ਤਾਂ ਮੇਰੇ ਮਨ ਦੇ ਵਿੱਚ ਮੇਰੇ ਪ੍ਰੀਤਮਾ ਜੀਓ, ਪਰਮੇਸ਼ਰ, ਉਹ ਪ੍ਰੀਤਮ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ, ਉਹਦੇ ਵਾਸਤੇ ਤਰਲੇ ਕਰਦੀ ਆ ਕਿ ਮੈਂ ਤੇਰੇ ਤੋਂ ਬਗੈਰ ਮੈਂ ਕੁਛ ਨਹੀਂ ਗੀ, ਤੇਰੇ ਤੋਂ ਬਗੈਰ ਮੈਂ ਕੁਛ ਨਹੀਂ ਗੀ। ਕਿਉਂ? ਕਿਉਂਕਿ ਉਹੀ ਸੀ ਪਰਮੇਸ਼ਰ ਜਿਹਨੇ ਉਹਨੂੰ ਦੁਸ਼ਟ ਦੇ ਹੱਥੋਂ ਛੁਡਾਇਆ ਸੀ, ਉਹੀ ਸੀ ਜਿਹਨੇ ਡੀਮਨਾਂ ਦੇ ਹੱਥੋਂ ਛੁਡਾਇਆ ਸੀ, ਉਹੀ ਸੀ ਜਿਹਨੇ ਉਹਦੀਆਂ ਅੱਖਾਂ ਖੋਲੀਆਂ ਸੀ, ਉਹੀ ਸੀ ਜਿਹੜੀ ਨੇ ਨਸ਼ਿਆਂ ਚੋਂ ਆਜ਼ਾਦ ਕੀਤਾ ਸੀ। ਇਹ ਉਹੀ ਪਰਮੇਸ਼ਰ ਨੂੰ ਲੱਭਦੀ ਫਿਰਦੀ ਸੀ। ਉਹ ਦੱਸਦੇ ਮੈਨੂੰ ਉਹਨੂੰ ਕਿੱਥੇ ਰੱਖਿਆ ਵਾ।
ਉੱਥੋਂ ਜਾ ਕੇ ਲੈ ਆਉਂਗੀ, ਮੈਂ ਉਹਨੂੰ ਉੱਥੇ ਜਾ ਕੇ ਲੈ ਆਉਂਗੀ। ਜਿਹੜੇ ਚੇਲੇ ਸੀਗੇ ਉਹ ਇੱਕ ਮੇਰੀ ਜਿਹੜੀ ਉਹ ਔਰਤ ਸੀਗੀ ਪਾਣੀ ਭਰਨ ਆਉਂਦੀ ਆ, ਉਹ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਨਾਲ ਵਾਰਤਾਲਾਪ ਕਰਦੀ ਆ, ਜਦੋਂ ਉਹ ਕਹਿੰਦੀ ਆ ਕਿ ਉਹ ਤੂੰ ਤਾਂ ਮੈਨੂੰ ਇਹ ਦੱਸ ਦਿੱਤਾ, ਮੇਰਾ ਉਹ ਵੀ ਪਤੀ ਨਹੀਂ, ਜੇ ਉਹ ਆਪਾਂ ਨੂੰ ਸਾਰੇ ਪਤਾ, ਜਹੰਨਾ 4 ਪੜ੍ਹਦੇ ਆ ਆਪਾਂ, ਮਗਰੋਂ ਜਾ ਕੇ ਕਹਿੰਦੀ ਹੈ ਕਿ ਉਹ ਮੈਨੂੰ ਪਤਾ ਵੀ ਇਹ ਸਾਰੀਆਂ ਗੱਲਾਂ ਤਾਂ ਦੱਸੂਗਾ ਜਦੋਂ ਪ੍ਰਭੂ ਦਾ ਅਭਿਸ਼ੇਕਤ ਆਊਗਾ। ਪ੍ਰਭੂ ਯਿਸੂ ਨੇ ਕੀ ਕਿਹਾ? ਕਹਿੰਦਾ ਮੈਂ ਉਹੀ ਆ ਜਿਹੜਾ ਤੇਰੇ ਨਾਲ ਗੱਲ ਕਰ ਰਿਹਾ, ਅੱਜ ਵੀ ਉਹੀ ਆ ਜਿਹੜਾ ਤੁਹਾਡੇ ਨਾਲ ਗੱਲ ਕਰ ਰਿਹਾ, ਅੱਜ ਵੀ ਉਹੀ ਆ, ਕੋਈ ਬੰਦਾ ਨਹੀਂ ਕਰ ਸਕਦਾ, ਅੱਜ ਵੀ ਉਹੀ ਆ। ਕਹਿੰਦਾ ਮਤ ਡਰੋ ਉਹਨਾਂ ਤੋਂ ਜਿਹੜੇ ਦੇਹੀ ਨੂੰ ਮਾਰ ਦਿੰਦੇ ਆ, ਉਹ ਨਾ ਡਰੋ ਜਿਹੜਾ ਦੇਹੀ ਨੂੰ ਮਾਰ ਕੇ ਨਰਕ ਚ ਨਹੀਂ ਸੱਟ ਸਕਦਾ, ਰੂਹ ਨੂੰ ਮਾਰ ਕੇ। ਕਹਿੰਦਾ ਮੇਰੀ ਸ਼ਾਂਤੀ ਲਵੋ, ਪਵਿੱਤਰ ਆਤਮਾ ਲਵੋ, ਤਾਂ ਕਿ ਤੁਸੀਂ ਉਹਦੀ ਸ਼ਕਤੀ ਨਾਲ ਭਰ ਜਾਵੋ ਤੇ ਪਰਮੇਸ਼ਰ ਦੇ ਜਿਹੜਾ ਕੰਮ ਉਹਨੇ ਸਾਨੂੰ ਦਿੱਤਾ ਉਹਦਾ ਕੰਮ ਕਰੇ। ਕਹਿੰਦਾ ਕਿ ਸ਼੍ਰੀਮਾਨ ਜੀ ਉਹਨੂੰ ਕਿੱਥੇ ਤੁਸੀਂ ਲੈ ਗਏ ਹੋ, ਤੁਸੀਂ ਮੈਨੂੰ ਦੱਸ ਦਿਓ ਮੈਨੂੰ। ਤੇ ਅਚਾਨਕ ਹੀ ਉਹਨੇ ਇੱਕ ਆਵਾਜ਼ ਸੁਣੀ, ਮਰੀਮ। ਹੈ ਇਹ ਆਵਾਜ਼, ਹੇ ਗੁਰੂ ਮਰੀਮ ਮੈਨੂੰ ਹੱਥ ਨਾ ਲਾਈ, ਹਲੇ ਮੈਂ ਪਿਤਾ ਜੀ ਕੋਲੇ ਗਿਆ ਨਹੀਂਗਾ, ਜਾਣੀ ਕਿ ਹਲੇ ਮੈਂ ਸਵਰਗ 'ਚ ਨਹੀਂ ਗਿਆ, ਕਿਉਂਕਿ ਸਵਰਗ ਦੇ ਵਿੱਚ ਬੜਾ ਗੰਦ ਪਾਇਆ ਹੋਇਆ ਸੀ ਉਹਨੇ, ਸ਼ੈਤਾਨ ਨੇ, ਜਦੋਂ ਧਰਤੀ ਤੇ ਸਿੱਟਣ ਤੋਂ ਪਹਿਲਾਂ। ਪ੍ਰਭੂ ਯਿਸੂ ਨੇ ਕਿਹਾ, ਕਹਿੰਦਾ ਕਿ ਇਬਰਾਨੀਆਂ ਦੀ ਕਿਤਾਬ 'ਚ ਲਿਖਿਆ ਹੋਇਆ, ਉਹ ਸਵਰਗਾਂ ਦਾ ਜਿਹੜਾ ਗੰਦ ਸੀ ਪਾਇਆ ਹੋਇਆ ਉਹਦਾ ਸ਼ੈਤਾਨ ਦਾ, ਉਹ ਬਗੈਰ ਪਵਿੱਤਰ ਲਹੂ ਦੇ ਸਾਫ਼ ਹੋਣ ਵਾਲਾ ਨਹੀਂ ਸੀ। ਇਸ ਕਰਕੇ ਪਵਿੱਤਰ ਲਹੂ ਸਭ ਤੋਂ ਪਹਿਲਾਂ ਲੈ ਕੇ ਪਰਮੇਸ਼ਰ ਨੇ ਉਹਦੇ ਪਿਤਾ ਦੇ ਸਾਹਮਣੇ ਜਾਣਾ ਸੀ। ਸਾਡੀਆਂ ਵੀ ਪਵਿੱਤਰ ਭੇਟਾਂ, ਸਾਡੀਆਂ ਪਵਿੱਤਰ ਪ੍ਰੇਰਾਂ ਜਿਹੜੀਆਂ ਅਸੀਂ ਆਪਣੇ ਦਿਲ ਨਾਲ ਕਰਦੇ ਹਾਂ, ਜਿਹੜੇ ਅਸੀਂ ਉਹਦੇ ਵਚਨ ਦੇ ਮੁਤਾਬਕ ਕਰਦੇ ਹਾਂ, ਅਸੀਂ ਵਚਨ ਦੇ ਮੁਤਾਬਕ ਜੋ ਕੁਝ ਕਰਦੇ ਹਾਂ ਪਰਮੇਸ਼ਰ ਦੇ ਸਾਹਮਣੇ ਪਹੁੰਚਦਾ ਵਾ। ਆਮੀਨ ਆਮੀਨ ਆਮੀਨ। ਉੱਥੇ ਇਹ ਨਹੀਂ ਲਿਖਿਆ ਹੋਇਆ ਵੀ ਕਿਤਾਬ ਖੋਲੀ ਜਾਊਗੀ, ਪੁਸਤਕ ਖੋਲੀ ਜਾਏਗੀ, ਨਹੀਂ, ਉਸ ਨੇ ਕਿਹਾ ਪੁਸਤਕਾਂ ਖੋਲੀਆਂ ਜਾਣਗੀਆਂ। ਹਰ ਇੱਕ ਕੰਮ ਦੀ ਅਲੱਗ-ਅਲੱਗ ਪੁਸਤਕ ਆ। ਕਿਹਨੂੰ ਦੱਸਿਆ ਪ੍ਰਭੂ ਦਾ ਵਚਨ, ਉਹਦੀ ਵੀ ਅਲੱਗ ਆ। ਕਿਹਦੇ ਨਾਲ ਕੋਈ ਬੁਰਾਈ ਕਰਤੀ, ਉਹਦੀ ਵੀ ਅਲੱਗ ਆ। ਕਿ ਦਸਵੰਧ ਦਿੱਤਾ, ਉਹਦੀ ਵੀ ਅਲੱਗ ਆ। ਆਫਰਿੰਗ ਦਿੱਤੀ, ਉਹਦੀ ਵੀ ਅਲੱਗ ਆ। ਇੱਥੇ ਇੱਕ ਗੱਲ ਹੋਰ ਕਲੀਅਰ ਕਰਦੇ ਹਾਂ, ਦਸਵੰਧ ਅਲੱਗ ਆ, ਆਫਰਿੰਗ ਅਲੱਗ ਆ। ਆਪਣੇ ਦਸਵੰਧ ਆ ਜਿਹੜਾ ਉਹ ਪ੍ਰਭੂ ਕਹਿੰਦਾ ਮੇਰੇ ਭਵਨ 'ਚ, ਮੇਰਾ ਭਵਨ ਕਿਹੜਾ, ਸਾਡਾ ਭਵਨ ਕਿਹੜਾ, ਜਿੱਥੇ ਅਸੀਂ ਆਉਨੇ ਆ। ਜੇ ਦਸਵੰਧ ਦਾ ਹਿੱਸਾ ਪਾਰਟ ਅਸੀਂ ਆਫਰਿੰਗ ਸਮਝ ਕੇ ਦੂਜੇ ਥਾਂ ਤੇ ਦੇ ਦਿੰਦੇ ਆ ਤਾਂ ਸਾਡਾ ਉਹ ਦਸਵੰਧ ਨਹੀਂ ਰਹਿੰਦਾ, ਉਹ ਸਾਡਾ ਆਫਰਿੰਗ ਬਣ ਜਾਂਦਾ। ਦਸਵੰਧ ਦੀ ਕਿਤਾਬ ਅਲੱਗ, ਆਫਰਿੰਗ ਦੀ ਅਲੱਗ, ਜੀਵਨ ਦੀ ਪੁਸਤਕ ਅਲੱਗ ਆ। ਹਰੇਕ ਇੱਕ ਚੀਜ਼ ਦੀ ਉੱਥੇ ਪੁਸਤਕਾਂ ਖੋਲੀਆਂ ਜਾਣਗੀਆਂ, ਪੁਸਤਕ ਨਹੀਂ, ਪੁਸਤਕਾਂ ਖੋਲੀਆਂ ਜਾਣਗੀਆਂ। ਹਾਲੇਲੂਇਆ। ਭੈਣੋ ਤੇ ਭਰਾਵੋ, ਇਹ ਮਸੀਹੀ ਲਾਈਫ ਆ, ਇਹ ਮਸੀਹੀ ਜ਼ਿੰਦਗੀ ਆ। ਇਹ ਦਾਨ ਪੁੰਨਾਂ ਨਾਲ ਨਹੀਂ ਖੱਟੀ ਜਾਂਦੀ, ਨਾ ਇਹ ਤਪੱਸਿਆਵਾਂ ਨਾਲ ਖੱਟੀ ਜਾਂਦੀ ਆ, ਨਾ ਇਹ ਆਪਣੀ ਮਨਮਰਜ਼ੀ ਨਾਲ ਖੱਟੀ ਜਾਂਦੀ ਆ। ਇਹ ਤਾਂ ਪਰਮੇਸ਼ਰ ਦੇ ਬਚਨ ਦੇ ਮੁਤਾਬਕ ਚੱਲ ਕੇ ਉਹਦੀ ਆਗਿਆਕਾਰੀ ਦੇ ਵਿੱਚ ਰਹਿ ਕੇ ਖੱਟੀ ਜਾਂਦੀ ਆ। ਸੋ ਇਹ ਪਰਮੇਸ਼ਰ ਇਹ ਮਸੀਹੀ ਜ਼ਿੰਦਗੀ ਹੈ, ਇਹ ਦੂਜੀਆਂ ਜ਼ਿੰਦਗੀਆਂ ਵਰਗੀ ਨਹੀਂ ਗੀ, ਇਹ ਬਿਲਕੁਲ ਟੋਟਲੀ ਇਹ ਅਲੱਗ ਆ। ਪਰ ਕਹਿੰਦਾ ਕਿ ਉਹ ਘਰ ਵਾਪਸ ਆ ਗਏ ਖਾਲੀ ਹੋ ਮੁੜਿਆ। ਖਾਲੀ ਮੁੜਨਾ ਸੀ ਜਦੋਂ ਚਾਹ ਰੱਖ ਕੇ ਨਾ ਗਏ, ਪਰ ਮਰੀਮ ਜਦੋਂ ਦਿਲ ਦੇ ਨਾਲ ਰੋਂਦੇ ਕਰਲਾਉਂਦੇ ਆਉਣੇ ਆ, ਉਦੋਂ ਪਰਮੇਸ਼ਰ ਦੇ ਦਰਸ਼ਨ ਵੀ ਹੁੰਦੇ ਆ, ਉਦੋਂ ਆਵਾਜ਼ ਵੀ ਉਹਦੀ ਸੁਣਾਈ ਦਿੰਦੀ ਆ, ਤੇ ਉਦੋਂ ਉਹ ਆਪਾਂ ਨੂੰ ਆਪਣੇ ਸੰਦੇਸ਼ ਵਾਹਕ ਬਣਾ ਕੇ ਗਾਹਾਂ ਭੇਜਦਾ। ਹਾਲੇਲੂਇਆ। ਪੱਥਰ ਹਟ ਚੁੱਕਿਆ ਵਾ, ਕਾਹਦੀ ਕਸਰ ਆ? ਪੱਥਰ ਹਟ ਚੁੱਕਿਆ। ਉਹ ਪੱਥਰ ਹਟਿਆ, ਰੋੜਾ ਨਹੀਂ ਹਟਿਆ ਸੀ। ਇਸ ਕਰਕੇ ਉਹਦੇ ਵਿੱਚ ਦੀ ਲੰਘੋ, ਉਹਦੀਆਂ ਗਹਿਰਾਈਆਂ ਤੱਕ ਜਾਈਏ, ਕਿਉਂਕਿ ਅਸੀਂ ਬਹੁਤ ਪਰਮੇਸ਼ਰ ਨੇ ਸਾਤੋਂ ਬੜੀਆਂ ਆਸਾਂ ਰੱਖੀਆਂ ਨੇ, ਜਿਵੇਂ ਅਸੀਂ ਰੱਖੀਆਂ ਹੋਈਆਂ ਨੇ। ਪਰਮੇਸ਼ਰ ਦਾ ਬਚਨ ਆ ਜਿਹੜਾ ਦੱਸਣ ਦੇ ਵਾਸਤੇ ਸਾਡੇ ਆਪਣੇ ਰਾਹ ਸਾਫ਼ ਹੋਣੇ ਚਾਹੀਦੇ ਆ, ਜਿਹੜੇ ਕਿ ਪਰਮੇਸ਼ਰ ਨੇ ਸਾਫ਼ ਕਰ ਦਿੱਤੇ ਨੇ। ਸਾਡੇ 'ਚ ਪਵਿੱਤਰ ਆਤਮਾ ਦੀ ਦਲੇਰੀ, ਸ਼ਕਤੀ ਹੋਣੀ ਚਾਹੀਦੀ, ਜਿਹੜੀ ਪਰਮੇਸ਼ਰ ਨੇ ਸਾਨੂੰ ਦੇ ਦਿੱਤੀ ਆ। ਪਰਮੇਸ਼ਰ ਦਾ ਵਚਨ ਕਹਿੰਦਾ ਉਹ 500 ਵਰਗੇ ਨਹੀਂ ਆਪਾਂ ਬਣਨਾ। ਵਚਨ 'ਚ ਲਿਖਿਆ ਨਾ 500 ਇਕੱਠੇ ਹੋਏ ਸੀ, 500 ਵਰਗੇ ਨਹੀਂ ਬਣਨਾ। ਕਿਹਦੇ ਵਰਗੇ ਬਣਨਾ? 120 ਵਰਗੇ ਬਣਨਾ।
ਟਿਕੇ ਰਹਿਣਾ ਉਹਦੇ ਆਤਮਾ ਦੇ ਥੱਲੇ ਜਿੰਨਾ ਚਿਰ ਉਹਦੀ ਭਰਪੂਰੀ ਉਹਦਾ ਲਿਬਾਸ ਨਾ ਮਿਲ ਜਾਵੇ। ਆਮੀਨ। ਤਾਂ ਕਿ ਜਿਹੜਾ ਜੋਇਲ ਦੀ ਕਿਤਾਬ ਦੇ ਵਿੱਚ 2:28 ਚ ਲਿਖਿਆ ਹੋਇਆ ਕਿ ਮੈਂ ਇਸ ਦੇ ਪਿੱਛੋਂ ਮੈਂ ਆਪਣਾ ਆਤਮਾ ਹਰ ਇੱਕ ਉੱਤੇ ਘੱਲਾਂਗਾ, ਤਦ ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਬਾਤ ਕਰਨਗੇ, ਤੁਹਾਡੇ ਬੁੱਢੇ ਸੁਪਨੇ ਦੇਖਣਗੇ ਅਤੇ ਤੁਹਾਡੇ ਜਵਾਨ ਦਰਸ਼ਨ ਦੇਖਣਗੇ। ਉਸ ਸਮੇਂ ਮੈਂ ਤੁਹਾਡੇ ਦਾਸ ਤੇ ਦਾਸੀਆਂ ਉੱਤੇ ਵੀ ਆਪਣਾ ਆਤਮਾ ਡੋਲਾਂਗਾ। ਕਾਹਦੇ ਲਈ? ਤਾਂ ਕਿ ਉਹਦਾ ਮਕਸਦ ਪੂਰਾ ਹੋਵੇ। ਆਤਮਾ ਦੇ ਨਾਲ ਭਰ ਜੀਏ, ਆਤਮਾ ਦੇ ਨਾਲ ਭਰ ਜੀਏ। ਕਾਹਤੋਂ ਖਾਲੀ ਰਹੀਏ? ਆਤਮਾ ਨਾਲ ਭਰ ਜੀਏ। ਮੂਹਰਲੇ ਮਹੀਨੇ ਦੇ ਵਿੱਚ ਪੰਤੇਕਸ ਦਾ ਦਿਨ ਆਊਗਾ, ਪੈਂਟੇਕੋਸਟ। ਉਹ ਸਾਨੂੰ ਬਾਰ-ਬਾਰ ਯਾਦ ਕਰਾਉਂਦਾ। ਕ੍ਰਿਸਮਸ ਜਿਵੇਂ ਬਾਰ-ਬਾਰ ਯਾਦ ਕਰਾਉਂਦੀ ਆ ਜਦੋਂ ਪ੍ਰਭੂ ਦਾ ਮੁਰਦਿਆਂ 'ਚ ਜੀ ਉੱਠਣਾ, ਉਹ ਦਿਨ ਉਹਦਾ ਬਾਰ-ਬਾਰ ਯਾਦ ਕਾਹਤੋਂ ਕਰਾਉਂਦੇ ਆ? ਤਾਂ ਕਿ ਜਿੰਨਾ ਚਿਰ ਅਸੀਂ ਧਰਤੀ ਤੇ ਪਰਮੇਸ਼ਰ ਨੇ ਬਾਰ-ਬਾਰ ਆਪਣੇ ਦਿਮਾਗ ਖੜਕਾਈ ਜਾਣੀ ਹੈ। ਕਿਉਂ? ਕਿਉਂਕਿ ਉਹਦਾ ਮਕਸਦ ਹੈ। ਆਮੀਨ। ਕਿਹੜਾ ਮਕਸਦ ਆ? ਕਿ ਦੁਨੀਆ ਦੇ ਅੰਤਾਂ ਤੱਕ ਜਾਣਾ ਆ ਤੇ ਪਰਮੇਸ਼ਰ ਦਾ ਵਚਨ ਦੱਸਣਾ ਆ। ਹਾਲੇਲੂਇਆ। ਕੀ ਕਹਿੰਦਾ? ਮੇਨ ਚੀਜ਼ ਕੀ ਆ ਵਿੱਚ? ਕਹਿੰਦਾ ਕਿ ਜੇ ਤੂੰ ਲੱਭੇਗਾ, ਜੇ ਤੂੰ ਉਹਨੂੰ ਭਾਲੇਗਾ ਤਾਂ ਤੈਨੂੰ ਉਹ ਲੱਭ ਜੂਗਾ। ਸਿਰਫ ਦੇਖਣਾ ਹੀ ਨਹੀਂ, ਦੇਖਣਾ ਹੋਰ ਚੀਜ਼ ਆ, ਭਾਲਣਾ ਹੋਰ ਚੀਜ਼ ਆ। ਇਹ ਦੋਨਾਂ ਗੱਲਾਂ ਦੇ ਡਿਫਰੈਂਸ ਨੂੰ ਆਪਾਂ ਜਾਣੀਏ। ਕਹਿੰਦਾ ਕਿ ਇਫ ਯੂ ਸੀਕ ਹਿਮ ਯੂ ਵਿਲ ਫਾਈਂਡ ਹਿਮ। ਆਮੀਨ। ਹਾਲੇਲੂਇਆ। ਹਾਲੇਲੂਇਆ। ਹੱਥ ਚੱਕਦੇ ਹਾਂ। ਹਾਲੇਲੂਇਆ। ਕਿ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਪ੍ਰਭੂ ਜੀ। ਧੰਨਵਾਦ। ਖੜੇ ਹੋ ਜਾਾਂਗੇ ਆਪਾਂ ਸਾਰੇ ਜਾਣੇ, ਖੜੇ ਹੋ ਜਾਾਂਗੇ ਸਾਰੇ ਜਾਣੇ ਪ੍ਰਭੂ ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ। ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਇਸ ਵਚਨ ਦੇ ਵਾਸਤੇ ਕਿ ਇੱਕ ਵਾਰੀ ਫੇਰ ਤੁਸੀਂ ਸਾਨੂੰ ਹਲੂਣਾ ਦਿੱਤਾ ਪ੍ਰਭੂ ਜੀ ਕਿ ਪੱਥਰ ਸਾਡੇ ਮੂਹਰੋਂ ਹਟ ਚੁੱਕੇ ਨੇ ਪਿਤਾ ਪਰਮੇਸ਼ਰ ਖੁਦਾਵੰਦਾ, ਕਿ ਅਸੀਂ ਦੜ ਦੜਾਉਂਦੇ ਪਰਮੇਸ਼ਰ ਤੇਰੇ ਕੰਮਾਂ ਦੇ ਲਈ ਅੱਗੇ ਵਧੀਏ। ਪਿਤਾ ਪਰਮੇਸ਼ਰ ਸਾਡੇ ਰਾਹ ਦੇ ਵਿੱਚ ਸਾਡੇ ਕੰਮ, ਸਾਡੇ ਗੈਸਟ, ਸਾਡੇ ਟੱਬਰ ਕੋਈ ਐਸਾ ਹੀ ਟਕਾਰ ਨਾ ਪਵੇ ਪ੍ਰਭੂ ਜੀ। ਅਸੀਂ ਪਿਤਾ ਪਰਮੇਸ਼ਰ ਜਦੋਂ ਇਸ ਘਰ ਦੇ ਵਿੱਚ ਤੇਰੇ ਚਾਹੁੰਦੇ ਹਾਂ, ਅਸੀਂ ਸਿੱਖ ਕੇ ਜਾਂਦੇ ਔਰ ਤਕੜੇ ਹੋ ਕੇ ਜਾਂਦੇ ਹਾਂ ਪ੍ਰਭੂ ਜੀ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਖੁਦਾਵੰਦਾ। ਅੱਜ ਪ੍ਰਭੂ ਜੀ ਇੱਕ ਵਾਰੀ ਫੇਰ ਆਪਣੇ ਇਸ ਟਾਈਮ ਨੂੰ ਤੇ ਇਸ ਦਿਨ ਨੂੰ ਬਰਕਤ ਦੇ ਪਿਤਾ ਪਰਮੇਸ਼ਰ, ਕਿ ਅੱਜ ਪ੍ਰਭੂ ਜੀ ਜੋ ਮਹਾਨ ਦਿਨ ਮਾਵਾਂ ਦੇ ਵਾਸਤੇ ਪਿਤਾ ਪਰਮੇਸ਼ਰ ਖੁਦਾਵੰਦਾ ਬਣਾਇਆ ਪਿਤਾ ਪਰਮੇਸ਼ਰ, ਇਹ ਸਾਡੇ ਇਹ ਸੈਲੀਬ੍ਰੇਸ਼ਨ ਨੂੰ ਤੂੰ ਬਰਕਤ ਦੇ ਪਿਤਾ ਪਰਮੇਸ਼ਰ। ਜਦੋਂ ਅਸੀਂ ਚਾਹ ਪਾਣੀ ਪੀਏ ਪਿਤਾ ਪਰਮੇਸ਼ਰ ਖੁਦਾਵੰਦਾ ਪ੍ਰਭੂ ਜੀ, ਅਸੀਂ ਸਾਡੇ ਅੰਦਰ ਇਹ ਗੱਲਾਂ ਗੂੰਜਦੀਆਂ ਰਹਿਣ ਪਿਤਾ ਪਰਮੇਸ਼ਰ ਖੁਦਾਵੰਦਾ, ਗੂੰਜਦੀਆਂ ਰਹਿਣ ਪਿਤਾ ਪਰਮੇਸ਼ਰ, ਕਿ ਅਸੀਂ ਤੈਨੂੰ ਦੇਖੀਏ ਹੀ ਨਾ ਬਲਕਿ ਅਸੀਂ ਤੈਨੂੰ ਢੂੰਡੀਏ, ਅਸੀਂ ਤੈਨੂੰ ਖੋਜੀਏ। ਕਹਿੰਦਾ ਖੋ ਸ਼ਬਦ ਦੇ ਵਿੱਚੋਂ ਮਿਲਣਾ, ਇਹ ਸ਼ਬਦ ਦੇ ਵਿੱਚੋਂ ਅਸੀਂ ਤੈਨੂੰ ਖੋਜੀਏ ਪਿਤਾ ਪਰਮੇਸ਼ਰ ਖੁਦਾ। ਅਸੀਂ ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ। ਇੱਕ ਇੱਕ ਭੈਣ ਭਰਾ ਦੇ ਉੱਤੇ ਪਿਤਾ ਪਰਮੇਸ਼ਰ ਅੱਜ ਦਾ ਵਚਨ ਆ ਜਿਹੜਾ ਘਰ ਕਰ ਦੇਵੇ ਪਿਤਾ ਪਰਮੇਸ਼ਰ ਖੁਦਾ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੂੰ ਪੱਥਰ ਰੋੜ ਦਿੱਤਾ ਸਾਡੇ ਕੋਲ, ਪੱਥਰ ਰੋੜ ਦਿੱਤਾ ਪ੍ਰਭੂ ਜੀ, ਪੱਥਰ ਰੋੜ ਦਿੱਤਾ ਪ੍ਰਭੂ ਜੀ। ਅਸੀਂ ਪ੍ਰਭੂ ਜੀ ਉਹ ਕਫਨ ਦੇਖ ਕੇ ਜਾਂ ਉਹ ਪਰਨਾ ਦੇਖ ਕੇ ਨਾ ਮੁੜੀਏ, ਕਿਉਂਕਿ ਕਫਨ ਤੇ ਪਰਨਾ ਦਾ ਸਿਰਫ ਲਾਸ਼ ਦੇ ਉੱਤੇ ਪਏ ਹੋਏ ਸੀ, ਪਰ ਪ੍ਰਭੂ ਜਦੋਂ ਤੂੰ ਜਿਉਂਦਾ ਸੀ ਤੇਰੇ ਉੱਤੇ ਜਿਹੜੇ ਲੀੜੇ ਸੀ ਉਹਨਾਂ ਦੇ ਗੁਣੇ ਪਏ ਸੀਗੇ, ਉਹਨਾਂ ਦੇ ਗੁਣੇ ਪਏ ਸੀ, ਕਿਉਂਕਿ ਜਿਉਂਦੇ ਉੱਤੇ ਕੱਪੜੇ ਸੀਗੇ। ਪਿਤਾ ਪਰਮੇਸ਼ਰ ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਵਚਨ ਐਸਾ ਜ਼ਬਰਦਸਤ ਵਚਨ ਹੈ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ 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 ਆਮੀਨ। ਹਾਲੇਲੂਇਆ 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 ਹਾਲੇਲੂਇਆ।